ਹਾਲੇਲੂਇਆ। Hallelujah. ਆਓ ਫਿਰ ਆਪਣੀ ਜਗ੍ਹਾ ਦੇ ਉੱਤੇ ਬੈਠੋ ਤੇ ਪ੍ਰਭੂ ਦੇ ਵਚਨ ਦਾ ਆਨੰਦ ਪ੍ਰਾਪਤ ਕਰੋ। Sit at your places and enjoy the word of God. ਜੋ ਵੀ ਤੁਹਾਡੇ ਲਾਗੇ ਬੈਠਾ ਉਸ ਨੂੰ ਕਹੋ ਤਿਆਰ ਹੋ ਜਾਓ, ਅੱਜ ਤੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਚਮਤਕਾਰ ਹੋਣ ਵਾਲਾ ਹੈ। Tell your neighbor who is sitting nearby, in your life a new miracle is about to happen. ਅਤੇ ਉਸ ਨੂੰ ਜ਼ਰੂਰ ਪੁੱਛੋ ਕਿ ਤੂੰ ਉਸ ਚਮਤਕਾਰ ਨੂੰ ਪਾਉਣਾ ਚਾਹੁੰਦਾ ਹੈ। Surely ask him, would you like to receive that miracle? ਤਾਂ ਉਸ ਨੂੰ ਕਹੋ ਅੱਜ ਆਪਣਾ ਦਿਲ ਯਿਸੂ ਦੇ ਲਈ ਖੋਲ ਦੇ। Tell him, open your heart for the Lord Jesus. ਹਾਲੇਲੂਇਆ। Hallelujah. ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਅੱਜ ਇੱਕ ਨਵਾਂ ਚਮਤਕਾਰ ਹੋ ਰਿਹਾ ਹੈ। With firmness I want to tell you, a great miracle is happening in your life. ਅਤੇ ਮੈਨੂੰ ਪੂਰਾ ਭਰੋਸਾ ਹੈ And this is my firm faith. ਕੋਈ ਵੀ ਪਰਮੇਸ਼ਵਰ ਦੀ ਯੋਜਨਾ ਤੋਂ ਬਿਨਾਂ ਇੱਥੇ ਨਹੀਂ ਆਇਆ। No one is apart from the plan of God. ਅੱਜ ਲੱਗਦਾ ਹੋਵੇਗਾ ਤੁਹਾਨੂੰ ਕਿ ਮੈਂ ਆਪਣੀ ਯੋਜਨਾ ਦੇ ਨਾਲ ਆਇਆ ਹਾਂ। You might be thinking it is my plan that I have come with. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਆਪਣੀ ਯੋਜਨਾ ਨਾਲ ਇੱਥੇ ਨਹੀਂ ਆਏ। But I want to tell you, not by your will you have come over here. ਭਾਵੇਂ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਦੀ ਬੱਸ ਚਲਾ ਕੇ ਆਇਆ ਹਾਂ। It might seem to you I am a driver and drive in bus and ਭਾਵੇਂ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਦੀ ਕਾਰ ਚਲਾ ਕੇ ਆਇਆ ਹਾਂ। it might seem to you I have driven a car for someone. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੂੰ ਬੱਸ ਤੇ ਕਾਰ ਚਲਾਉਣ ਦੇ ਲਈ ਨਹੀਂ ਪਰ ਪਰਮੇਸ਼ਵਰ ਦੀ ਯੋਜਨਾ ਦੇ ਲਈ ਇੱਥੇ ਆਇਆ ਹੈ। But I want to tell you not to drive a car or a bus, but to listen the plan of God. ਕਿਉਂਕਿ ਪਰਮੇਸ਼ਵਰ ਤੈਨੂੰ ਵੀ ਉਨਾ ਹੀ ਪਿਆਰ ਕਰਦੇ ਹਨ। For God loves you dearly too. ਅਤੇ ਪਰਮੇਸ਼ਵਰ ਤੇਰੇ ਨਾਲ ਵੀ ਉਨੀ ਹੀ ਮੁਹੱਬਤ ਕਰਦੇ ਹਨ। And the same love God has loved you with. ਅੱਜ Today, ਤੁਹਾਡੀ ਜ਼ਿੰਦਗੀ ਦੇ ਅੰਦਰ in your life, ਪਰਮੇਸ਼ਵਰ ਦੀ ਯੋਜਨਾ ਪੂਰਾ ਹੋਣ ਦਾ ਸਮਾਂ ਨਜ਼ਦੀਕ ਆ ਗਿਆ ਹੈ। the time for the fulfillment of the plan of God is near. ਹਾਲੇਲੂਇਆ। Hallelujah. ਮੈਂ ਇਹ ਕਹਿ ਰਿਹਾ ਸਾਂ And I was telling this. ਤੁਹਾਡੀ ਜ਼ਿੰਦਗੀ ਵਿੱਚ ਪ੍ਰਭੂ ਦੀ ਕਿਰਪਾ ਦਾ ਸਮਾਂ ਨਜ਼ਦੀਕ ਆ ਚੁੱਕਾ ਹੈ। The grace, the time of God in your life is nearby. ਅਤੇ ਅੱਜ ਇਹ ਪ੍ਰਾਰਥਨਾ ਕਰੋ ਕਿ ਪ੍ਰਭੂ ਮੇਰੇ ਪਰਿਵਾਰ ਦਾ ਸਮਾਂ ਵੀ ਨਜ਼ਦੀਕ ਆਣ ਦੇ। Today pray, let my family's time be brought near, O ਉਹ Lord. ਸਮਾਂ ਮੇਰੇ ਰਿਸ਼ਤੇਦਾਰਾਂ ਦਾ ਵੀ ਨਜ਼ਦੀਕ ਆਣ ਦੇ ਪ੍ਰਭੂ। And the time for my relatives become near, O ਮੇਰੇ Lord. ਮਹੱਲੇ ਅਤੇ ਪਿੰਡ ਦਾ ਸਮਾਂ ਵੀ ਨਜ਼ਦੀਕ ਆਣ ਦੇ। My area and my village's people's life be brought near to you. ਜਦੋਂ ਤੇਰੀ ਸੱਚਾਈ ਨੂੰ ਜਾਣ ਜਾਣ That at the time they should know your truth. ਅਤੇ ਜਦੋਂ ਜਾਣ ਕੇ ਯਿਸੂ ਹੀ ਪਰਮੇਸ਼ਵਰ ਦਾ ਪੁੱਤਰ ਹੈ। When they come to know only Jesus Christ is the Son of God. ਕੀ ਤੁਸੀਂ ਇੱਥੇ ਸਿਰਫ ਆਪਣੀ ਚੰਗਿਆਈ ਲੈਣ ਵਾਸਤੇ ਆਏ ਹੋ? Have you come over here only to receive your blessing and healing? ਨਹੀਂ, No. ਚੰਗਿਆਈ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ The healing is the part of your life. ਪਰ ਤੁਹਾਨੂੰ ਉਸ ਤੋਂ ਵੀ ਵੱਧ ਕੇ ਕੁਝ ਚਾਹੀਦਾ ਹੈ But you ought to have more than that. ਅਤੇ ਉਹ ਹੈ ਪ੍ਰਭੂ ਦੇ ਦੁਆਰਾ ਦਿੱਤੀ ਗਈ ਮੁਕਤੀ। And that is by the Lord, the salvation that is given unto thee. ਇੱਥੇ ਅੱਜ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ And over here I want to tell once again ਕਿ ਤੁਸੀਂ ਆਪਣੇ ਜੀਵਨ ਵਿੱਚ ਮੁਕਤੀ ਦੇ ਪਿੱਛੇ ਲੱਗ ਜਾਓ। that in your life always be led after the salvation. ਕਿਉਂਕਿ ਮੁਕਤੀ ਯਿਸੂ ਮਸੀਹ ਦੇ ਨਾਮ ਵਿੱਚ ਹੈ। For salvation is in the name of Jesus Christ. ਮੁਕਤੀ ਉਹ ਰਸਤਾ ਹੈ The salvation is the way ਜਿਸ ਦੇ ਦੁਆਰਾ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਜਾ ਸਕਦੇ ਹੋ। by which you can enter into the kingdom of God. ਕੀ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਜਾਣਾ ਚਾਹੁੰਦੇ ਹੋ ਜਾਂ ਸਿਰਫ ਚੰਗੇ ਹੀ ਹੋਣਾ ਚਾਹੁੰਦੇ ਹੋ? Do you want to enter the kingdom of God or you just want to get healed? ਇਹ ਦੋਨੋਂ ਚੀਜ਼ਾਂ ਬਹੁਤ ਲਾਗੇ ਹਨ These two things are very nearby. ਪਰ ਸਾਨੂੰ ਇਸ ਦਾ ਧਿਆਨ ਰੱਖਣਾ ਹੈ। But we need to pay attention to it. ਕੁਝ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ Some people they think it like ਕਿ ਮੈਂ ਚੰਗਾ ਹੋ ਗਿਆ ਹੁਣ ਪਰਮੇਸ਼ਵਰ ਦੀ ਮੇਰੇ ਉੱਤੇ ਪੂਰੀ ਕਿਰਪਾ ਹੈ। that I am healed now, the grace of the God is fully upon me. ਪੂਰੀ ਕਿਰਪਾ ਦਾ ਮਤਲਬ ਹੈ ਮੁਕਤੀ ਨੂੰ ਪ੍ਰਾਪਤ ਕਰਨਾ। Full
grace means to receive salvation. ਚੰਗਿਆਈ ਤਾਂ ਮੇਰੇ ਯਿਸੂ ਮਸੀਹ ਦਾ ਸੁਭਾਅ ਆ। The healing is the nature of my Christ Jesus. ਚੰਗਿਆਈ ਜਿਹੜੀ ਹੈ ਉਹ ਮੇਰੇ ਯਿਸੂ ਵੱਲੋਂ ਮੁਫਤ ਵਿੱਚ ਦਿੱਤੀ ਜਾਂਦੀ The ਹੈ। healing is given unto my Lord Jesus Christ as a free. ਪਰ ਅੱਜ ਮੈਂ ਤੁਹਾਡੇ ਨਾਲ ਪਵਿੱਤਰ ਵਚਨ ਦੇ ਵਿੱਚੋਂ ਪੜ੍ਹਨਾ ਚਾਹੁੰਦਾ ਹਾਂ। And to you I want to read from the holy word. ਜੇ ਤੁਹਾਡੇ ਕੋਲ ਬਾਈਬਲ ਹੈ ਤੇ ਤੁਸੀਂ ਯਹੋਨਾ ਉਸ ਦਾ 2 ਚੈਪਟਰ ਖੋਲ ਕੇ ਰੱਖੋ। And if you have the Bible, you can just come upon John chapter 2. ਇਹ ਇੱਕ ਬਹੁਤ ਹੀ ਸੰਸਾਰਿਕ ਤੇ ਆਤਮਿਕ ਪਹਿਲੂ ਤੋਂ ਇਸ ਵਚਨ ਨੂੰ ਦੇਖਿਆ ਜਾਵੇਗਾ। And this word will be seen from a worldly as well as in the spiritual way. ਇਹ ਜਿਹੜਾ ਵਚਨ ਹੈ ਸਾਨੂੰ ਸੰਸਾਰ ਅਤੇ ਆਤਮਿਕ ਦੋਨੋਂ ਚੀਜ਼ਾਂ ਦੇ ਵਿੱਚ ਸਿੱਖਿਆ ਦੇ ਨਾਲ ਭਰਪੂਰ ਕਰਦਾ ਹੈ। And this word fills us with the wisdom which is spiritual as well as the worldly. ਇੱਥੇ ਇੱਕ ਵਿਆਹ ਦੀ ਗੱਲ ਹੋ ਰਹੀ ਹੈ। Over here, a wedding feast is being talked about. ਉਸ ਵਿਆਹ ਦੇ ਬਾਰੇ ਅਸੀਂ ਅੱਜ ਸਿੱਖਣਾ ਹੈ। And about that wedding, we ought to learn. ਅਸੀਂ ਦੇਖਦੇ ਹਾਂ ਕਿ ਵਿਆਹ ਵਿੱਚ ਕੀ ਹੋ ਰਿਹਾ ਹੈ। Come, let us see what's happening in the wedding. ਕਿੰਨੇ ਜਾਣੇ ਕਦੇ ਵਿਆਹ ਦੇ ਵਿੱਚ ਗਏ? How many of you have gone into a wedding? ਕਿੰਨੇ ਜਾਣੇ? How many? ਕਿ ਤੁਹਾਨੂੰ ਕਦੇ ਕਿਸੇ ਨੇ ਵਿਆਹ 'ਚ ਨਹੀਂ ਸੱਦਿਆ? Has never ever somebody invited you in a wedding? ਜਿਨ੍ਹਾਂ ਨੇ ਹੱਥ ਨਹੀਂ ਖੜੇ ਕੀਤੇ ਤੁਸੀਂ ਇੰਨੇ ਚੰਗੇ ਹੋ ਕਿ ਤੁਹਾਨੂੰ ਕੋਈ ਸੱਦਦਾ ਨਹੀਂ। Those who didn't raise their hands, are you so good nobody calls you? ਜ਼ਰੂਰ ਤੁਸੀਂ ਵਿਆਹ ਦੇਖਿਆ ਹੋਵੇਗਾ। Surely you would have seen a wedding feast. ਜ਼ਰੂਰ ਤੁਸੀਂ ਆਪਣੇ ਵਿਆਹ ਵਿੱਚ ਇੱਕ ਨਵੀਂ ਕਮੀਜ਼ ਵੀ ਖਰੀਦੀ And ਹੋਵੇਗੀ। you would have bought a new shirt in that wedding. ਅਤੇ ਮੇਰੀਆਂ ਭੈਣਾਂ ਨੇ ਜ਼ਰੂਰ 25-30 ਦੁਕਾਨਾਂ ਫੋਲ ਕੇ ਸੂਟ ਖਰੀਦਿਆ ਹੋਵੇਗਾ ਵਿਆਹ ਵਾਸਤੇ। And my sisters also might have bought clothes after going through 25 shops. ਅਤੇ ਫਿਰ ਇੱਕ ਵਧੀਆ ਦਰਜੀ ਲੱਭਿਆ ਹੋਵੇਗਾ। And would have found a new good tailor. ਇੱਕ ਨਵੀਂ ਜੁੱਤੀ ਵੀ ਖਰੀਦੀ Would ਹੋਵੇਗੀ। have bought a new shoes. ਕਿਉਂਕਿ ਭਰਾ ਅਕਸਰ ਵਿਆਹਾਂ ਵਿੱਚ ਪੁਰਾਣੀ ਜੁੱਤੀ ਪਾ ਕੇ ਜਾ ਸਕਦੇ ਹਨ। Because most of the times brothers goes to a wedding with an old shoes on. ਪਰ ਭੈਣਾਂ ਦਾ ਬਹੁਤ ਮੁਸ਼ਕਲ ਹੈ ਪੁਰਾਣੀ ਜੁੱਤੀ ਪਾ ਕੇ ਵਿਆਹ 'ਚ ਜਾਣਾ। But really it's too hard for sisters to go with an old ਪੁਰਾਣਾ shoes. ਸੂਟ ਪਾ ਕੇ ਵਿਆਹ 'ਚ ਜਾਣਾ ਭੈਣਾਂ ਲਈ ਬਹੁਤ ਮੁਸ਼ਕਲ ਹੁੰਦਾ ਹੈ। For sisters it's too hard to wear an old suit and go in a wedding. ਇੱਥੋਂ ਤੱਕ ਕਿ ਜਿੰਨੇ ਫੰਕਸ਼ਨ ਹੋਣ ਭੈਣਾਂ ਨੂੰ ਉਹਨੇ ਨਵੇਂ ਸੂਟ ਚਾਹੀਦੇ ਹੁੰਦੇ ਹਨ। And to this point that sisters need a good suit, a new one in every feast. ਅਤੇ ਮੇਰੀ ਅੱਜ ਤੁਹਾਨੂੰ ਬਲੇਸਿੰਗ ਹੈ ਜਿੰਨੀਆਂ ਭੈਣਾਂ ਮੈਨੂੰ ਦੇਖਦੀਆਂ ਜ਼ਰੂਰ ਪ੍ਰਭੂ ਤੁਹਾਨੂੰ ਉਨੇ ਹੀ ਦੇਣ ਜਿੰਨੇ ਚਾਹੀਦੇ ਆ। And this is my blessing for you. Whatsoever you ask, and you shall be given unto ਮੈਂ thee. ਤੁਹਾਡੇ ਕੱਪੜੇ ਪਾਉਣ ਦੇ ਖਿਲਾਫ ਨਹੀਂ ਆ। I'm not against of you wearing new clothes. ਤੁਹਾਡੇ ਟੌਰ ਕੱਢਣ ਦੇ ਖਿਲਾਫ ਨਹੀਂ ਆ। And to get set up, I'm not against that. ਜਿਸ ਤਰ੍ਹਾਂ ਤੁਸੀਂ ਵਿਆਹ 'ਚ ਜਾਣ ਤੋਂ ਪਹਿਲਾਂ ਆਪਣਾ ਚਿਹਰਾ ਸਾਫ਼ ਕਰਦੇ ਹੋ, And as you clean up your face when you go before a wedding, ਆਪਣੇ ਕੱਪੜਿਆਂ ਦੇ ਵੱਟ ਕੱਢਦੇ ਹੋ and you take out wrinkles from your clothes, ਅਤੇ ਆਪਣੇ ਵਾਲਾਂ ਨੂੰ ਸਵਾਰਦੇ ਹੋ and then you could make a good nice things in your hair. ਕਿ ਇਸ ਤਰ੍ਹਾਂ ਅਸੀਂ ਆਪਣੇ ਆਤਮਾ ਨੂੰ ਵੀ ਸਵਾਰਦੇ ਹਾਂ। Are we cleaning up our spirits also in the same way? ਜਿੰਨਾ ਟੌਰ ਕੱਢ ਕੇ ਤੁਸੀਂ ਉਸ ਵਿਆਹ ਵਿੱਚ ਜਾਂਦੇ ਹੋ And the makeup that we do and go to wedding, ਕਿ ਉਹਨਾਂ ਟੌਰ ਕੱਢ ਕੇ ਤੁਸੀਂ ਪ੍ਰਭੂ ਦੇ ਘਰ ਵੀ ਆਉਂਦੇ ਹੋ। do we go and with such a stature in the house of God? ਜਦੋਂ ਅਸੀਂ ਪ੍ਰਭੂ ਦੇ ਘਰ ਆਉਂਦੇ ਆ ਕਈ ਵਾਰੀ ਸਾਨੂੰ ਲੱਗਦਾ ਕੋਈ ਨਹੀਂ ਚਰਚ ਹੀ ਜਾਣਾ। And sometimes when we come to the house of God, we think, okay, I need to go to church alone. ਪਰ ਮੈਂ ਅੱਜ ਤੁਹਾਨੂੰ ਇਹ ਇੱਕ ਬੇਨਤੀ ਕਰਦਾ And ਹਾਂ I would like to request you today, ਅਤੇ ਸਲਾਹ ਵੀ ਦਿੰਦਾ ਹਾਂ and this is my advice to you. ਜਦੋਂ ਵੀ ਤੁਸੀਂ ਚਰਚ ਆਓ ਸਭ ਤੋਂ ਸੋਹਣੇ ਬਣ ਕੇ ਆਓ। Whenever you go to come to church, become the most beautiful of the world. ਵਧੀਆ ਕੱਪੜੇ ਪਾ ਕੇ ਆਓ, Wear good clothes ਸੋਹਣਾ ਟੌਰ ਕੱਢ ਕੇ ਆਓ, and be of a good, beautiful stature. ਕਿਉਂਕਿ ਖੁਦਾ ਨੂੰ ਪਤਾ ਲੱਗੇ ਮੇਰਾ ਬੇਟਾ ਆ ਰਿਹਾ Let ਹੈ, the God know my son is arrived. ਮੇਰਾ ਪੁੱਤਰ ਆ ਰਿਹਾ My ਹੈ, son has ਮੇਰੀ come. ਧੀ ਆ ਰਹੀ My ਹੈ। daughter is coming. ਇਹਦੀ ਬਜਾਏ ਕਿ ਪਰਮੇਸ਼ਰ ਦੇਖੇ ਮੇਰੇ ਘਰ ਵਿੱਚ ਪਾਟੇ ਕੱਪੜੇ ਪਾ ਕੇ ਆ ਰਿਹਾ In ਹੈ, spite of this, God sees, oh, with the torn clothes you are coming in my house. ਮੈਨੂੰ ਮਿਲਣ ਵਾਸਤੇ ਕੱਪੜੇ ਬਿਨਾਂ ਪ੍ਰੈਸ ਕੀਤਿਆਂ ਪਾ ਕੇ ਆ ਰਿਹਾ ਹੈ। To meet me, they have not kind of ironed the clothes and just come like that. ਇਹਦਾ ਮਤਲਬ ਇੱਕ ਸ਼ਰਾਬੀ ਦੇ ਵਿਆਹ ਤੇ ਇੱਕ ਪਾਪੀ ਦੇ ਵਿਆਹ ਤੇ ਇੰਨਾ ਟੌਰ ਕੱਢ ਕੇ ਜਾਂਦੇ ਹਨ। And we go to the wedding of a drinker or to a glutton with good makeup and clothes on. ਪਰ ਇੱਕ ਸਰਬ ਸ਼ਕਤੀਮਾਨ ਪਰਮੇਸ਼ਰ ਦੇ ਜਿਹੜਾ ਪਵਿੱਤਰ ਹੈ ਉਸ ਦੇ ਅੱਗੇ ਕਿਸ ਤਰ੍ਹਾਂ ਆ ਰਹੇ ਹਨ। And how you come to a God who is
who's almighty and who's so holy, how you come like him in? ਇਸ ਲਈ ਜਦੋਂ ਵੀ ਤੁਸੀਂ ਪ੍ਰਭੂ ਦੇ ਘਰ ਆਉਣਾ ਹੈ ਸਭ ਤੋਂ ਸੋਹਣੇ ਕੱਪੜੇ ਪਾ ਕੇ ਆਉਣਾ ਹੈ So whenever you come to the house of God, you wear good best clothes. ਬੱਚਿਆਂ ਦੇ ਵੀ ਸੋਹਣੇ ਕੱਪੜੇ ਪਾ ਕੇ ਆਉਣਾ ਹੈ Make your children also wear best clothes. ਤਾਂ ਕਿ ਇਹ ਤੁਸੀਂ ਪ੍ਰੂਵ ਕਰੋ ਕਿ ਪ੍ਰਭੂ ਜੋ ਤੂੰ ਮੈਨੂੰ ਦਿੱਤਾ ਹੈ ਮੈਂ ਉਸ ਦੇ ਨਾਲ ਤੇਰੀ ਹਜ਼ੂਰੀ ਵਿੱਚ ਧੰਨਵਾਦ ਲੈ ਕੇ ਆ ਰਿਹਾ ਹਾਂ So that it is a proof that, oh Lord, whatever you've given me, I come with that in your presence. ਕਈ ਵਾਰੀ ਅਸੀਂ ਚਰਚ ਨੂੰ ਇਦਾਂ ਆਉਣੇ ਆ ਜਿੱਦਾਂ ਕੋਈ ਤਲਵਾਰ ਲਮਕਦੀ ਹੈ ਵੀ ਤੈਨੂੰ ਆਉਣਾ ਹੀ ਪੈਣਾ ਆ Sometimes we come to church as if a sword is hanging, you ought to come. ਕਈ ਵਾਰੀ ਅਸੀਂ ਆਪਣਾ ਕਾਰ ਜਾਂ ਆਪਣਾ ਬਾਈਕ ਵੀ ਗੰਦਾ ਹੀ ਚਰਚ ਨੂੰ ਲੈ ਕੇ ਆਉਨੇ ਆ And sometimes when we get a bike or a car, it's dirty and you cut it over ਕਿਉਂਕਿ here. ਸਾਡੇ ਮਨ 'ਚ ਇਦਾਂ ਹੀ ਹੁੰਦਾ ਕੋਈ ਨਹੀਂ ਚਰਚ ਨੂੰ ਹੀ ਜਾਣਾ For ਆ it is in our mind, oh, I got to church alone, oh, it's okay. ਇਹਦਾ ਮਤਲਬ ਚਰਚ ਨੂੰ ਤੁਸੀਂ ਬਹੁਤ ਹਲਕਾ ਆਦਰ ਦਿੰਦੇ ਆ That means you give a very light honor to the church. ਤੁਸੀਂ ਵਿਆਹ ਨਾਲੋਂ ਚਰਚ ਨੂੰ ਬਹੁਤ ਘੱਟ ਅਹਿਮੀਅਤ ਦਿੰਦੇ ਆ And more than the wedding, you give to the church a lighter portion. ਉਹ ਵਿਆਹ ਜਿਹੜਾ 3 ਘੰਟਿਆਂ 'ਚ ਖਤਮ ਹੋ ਜਾਂਦਾ ਹੈ The wedding that is just finished in 3 hours. ਅਤੇ 3 ਮਹੀਨੇ ਤੁਸੀਂ ਉਹਦੀ ਤਿਆਰੀ ਕਰਦੇ ਰਹਿੰਦੇ And you ਹੋ make arrangements since last 3 months. ਉਹ ਵਿਆਹ ਜਿਹੜਾ 3 ਮਹੀਨੇ ਬਾਅਦ ਕੰਨਾਂ ਦੇ ਗੱਭੇ ਸਿਰ ਕਰ ਦਿੰਦਾ ਹੈ And that wedding, they just make your ears come in the middle of your face. ਉਹ ਵਿਆਹ ਜਿਸ ਦਾ ਸਾਰੀ ਉਮਰ ਕਰਜ਼ਾ ਨਹੀਂ ਲਿਥਦਾ And the wedding, the debts are not taken off for all the life. ਉਹ ਵਿਆਹ ਜਿਹਦੇ ਵਿੱਚ ਝੂਠ ਤੂਫਾਨ ਅਤੇ ਦੁਨੀਆ ਦਾ ਰੰਗ ਮੇਲਾ ਮੌਜੂਦ ਹੁੰਦਾ ਹੈ And all the colors of the world, the lies and all things of the world are into that ਪਰ wedding. ਆ ਜਿਹੜਾ ਸਮਾਂ ਆ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਣ ਦਾ And the time we have to sit in the presence of God, ਇਹ ਵਿਆਹ ਦੇ ਨਾਲੋਂ 100 ਗੁਣਾ ਚੰਗਾ ਹੈ this is 100 times better than the wedding. ਕਿਉਂਕਿ ਅਸੀਂ ਉਸ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਂਦੇ For ਹਾਂ we come into the presence of that God. ਜਿਹੜਾ ਪਰਮੇਸ਼ਵਰ ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ਦਾ The ਹੈ God, He gives us the breath of a life. ਜਿਹੜਾ ਪਰਮੇਸ਼ਵਰ ਸਾਨੂੰ ਤਾਕਤ ਬਖਸ਼ਦਾ The ਹੈ God who gives us the strength we need. ਜਿਹੜਾ ਪਰਮੇਸ਼ਵਰ ਸਾਨੂੰ ਤੰਦਰੁਸਤੀ ਬਖਸ਼ਦਾ ਹੈ God who gives us the health we need. ਜਦੋਂ ਅਸੀਂ ਉਸ ਦੇ ਕੋਲ ਆਉਂਦੇ ਹਾਂ When we come to Him, ਅਤੇ ਜੋ ਸਾਡੇ ਹੱਥੋਂ ਦਾ ਅਸੀਂ ਪਹਿਨ ਕੇ ਆ ਜਾਂਦੇ ਹਾਂ whatsoever is handy, we just wear and come. ਕਿ ਖੁਦਾ ਦੇਖਣ ਤੋਂ ਬਿਨਾਂ ਤੁਹਾਨੂੰ ਬਰਕਤ ਦਿੰਦੇ ਹਨ Would God give you a blessing without looking? ਕਿ ਜਿਸ ਨੇ ਤੁਹਾਡੇ ਤੇ ਮੇਰੇ ਅੱਖ ਲਾਈ ਹੈ ਕਿ ਉਹ ਬਿਨਾਂ ਅੱਖਾਂ ਵਾਲਾ ਪਰਮੇਸ਼ਰ ਹੈ The one who has His eyes on you and me, is He without eyes? ਕਿਉਂ ਨਹੀਂ ਜਾਣਦਾ ਤੁਸੀਂ ਉਹਦੇ ਕੋਲ ਕਿਸ ਤਰ੍ਹਾਂ ਆ ਰਹੇ ਹੋ Doesn't He know how you come to Him? ਕਿਉਂ ਨਹੀਂ ਜਾਣਦਾ ਤੁਸੀਂ ਕਿਸ ਭਾਵਨਾ ਨਾਲ ਆ ਰਹੇ With ਹੋ what sort of a nature you have come? Doesn't He know? ਚਰਚ ਵਿੱਚ ਅਸੀਂ ਆਉਂਦੇ ਆ ਮਜਬੂਰੀ ਲਈ Oh, what we come for to the church just out of our own. ਅੱਜ ਇਹ ਫੈਸਲਾ ਕਰੋ Make a decision today. ਅੱਜ ਤੋਂ ਬਾਅਦ ਚਰਚ ਵਿੱਚ ਤੁਸੀਂ ਮਜਬੂਰੀ ਨਾਲ ਨਹੀਂ ਆਉਣਾ Oh, you need not come to church just because you ought to come. ਜੇ ਚਰਚ ਵਿੱਚ ਆਉਣਾ ਹੈ ਤੇ ਚਾਹ ਦੇ ਨਾਲ ਆਉਣਾ ਹੈ If you want to come to the church, come with all gladness and rejoicing. ਚਾਵਾਂ ਦੇ ਨਾਲ ਆਉਣਾ ਹੈ Oh, with all gladness you should. ਇੰਨਾ ਟੌਰ ਕੱਢ ਕੇ ਚਰਚ ਨੂੰ ਆਓ ਕਿ 10 ਲੋਕਾਂ ਨੂੰ ਪਤਾ ਲੱਗੇ ਬੰਦਾ ਜਾ ਰਿਹਾ ਹੈ And you should come in such a way and make up yourself in such a way that someone should know you are ਪਰ coming. ਉਹ ਜਿਹੜਾ ਟੌਰ ਹੈ ਸਿਰਫ ਤੁਹਾਡੇ ਸਰੀਰ ਦਾ ਨਹੀਂ ਹੋਣਾ ਚਾਹੀਦਾ And that the makeup should not be only of your body. ਉਹ ਤੁਹਾਡੇ ਆਤਮਾ ਦਾ ਵੀ ਹੋਣਾ ਚਾਹੀਦਾ That makeup should be of your spirit too. ਜਿੱਥੋਂ ਦੀ ਤੁਸੀਂ ਲੱਗੋ ਤੇ ਹਿਲਜੁਲ ਹੋਵੇ Wheresoever you pass by, they should be ਪਤਾ trembling. ਲੱਗੇ ਸੱਚੇ ਆਰਾਧਕ ਜਾ ਰਹੇ ਹਨ It should be known the true worshipper is passing. ਕਿੰਨੇ ਜਾਣੇ ਚਾਹੁੰਦੇ ਆ ਕਿ ਚਰਚ ਨੂੰ ਚਾਵਾਂ ਦੇ ਨਾਲ ਆਵਾਂਗੇ Oh, and if you want to come to the church with gladness, ਹਾਲੇਲੂਇਆ hallelujah, ਹਾਲੇਲੂਇਆ hallelujah. ਅੱਜ ਤੋਂ ਬਾਅਦ ਕਿਸੇ ਨੇ ਵੀ ਗੰਦਾ ਕੱਪੜਾ ਪਹਿਨ ਕੇ ਚਰਚ ਨਹੀਂ ਆਣਾ None should wear dirty clothes and come to the church. ਭਾਵੇਂ ਤੁਹਾਡੀ ਸੇਵਾ ਜਿਹੜੀ ਆ ਉਹ ਝਾੜੂ ਫੇਰਨ ਦੀ ਹੈ And you would be performing the duty of brooming. ਜਦ ਤੁਸੀਂ ਵਧੀਆ ਸੂਟ ਪਹਿਨ ਕੇ ਝਾੜੂ ਫੇਰੋਗੇ When you wear a good suit and just broom, ਤਾਂ ਪਤਾ ਲੱਗੇਗਾ ਇਹ ਮਾੜੇ ਮੋਟੇ ਰੱਬ ਦੇ ਉਪਾਸਕ ਨਹੀਂ ਹੈ it will be known they are not the worshipper of a just soul. ਇਹ ਸੱਚੇ ਰੱਬ ਦੇ ਉਪਾਸਕ ਹਨ These are the worshippers of a true God. ਹਾਲੇਲੂਇਆ Hallelujah. ਜਿਨ੍ਹਾਂ ਕੋ ਚੰਗੇ ਕੱਪੜੇ ਨਹੀਂ ਹਨ ਮੈਂ ਅੱਜ ਐਲਾਨ ਕਰਦਾ ਹਾਂ ਪ੍ਰਭੂ ਯਿਸੂ ਦੇ ਨਾਮ 'ਚ ਆਪਣੇ ਚੰਗੇ ਕੱਪੜੇ ਖਰੀਦੋ ਇੰਤਜ਼ਾਮ ਹੋ ਚੁੱਕਾ ਹੈ Those who doesn't have good clothes, I just convey to you,
the arrangements have been made. ਪਰਮੇਸ਼ਰ ਦੇ ਲੋਕ ਕਮਲੇ ਰਮਣੇ ਨਹੀਂਗੇ। The people of God are not eccentric. ਪਰਮੇਸ਼ਰ ਦੇ ਲੋਕ ਨੀਚੇ ਨਹੀਂਗੇ। People of God are not low graded. ਹੁਣ ਤੁਸੀਂ ਉਸ ਲਹੂ ਨਾਲ ਖਰੀਦੇ ਗਏ ਹੋ, You are bought by that blood. ਜਿਹੜਾ ਲਹੂ ਬਹੁਤ ਹੀ ਪਵਿੱਤਰ The ਹੈ, blood that is so very holy. ਜਿਹੜਾ ਲਹੂ ਬਹੁਤ ਹੀ ਅਮੀਰ ਹੈ। That blood is so very prosperous. ਇਸ ਲਈ ਤੁਸੀਂ ਉਸ ਅਮੀਰ ਪਰਮੇਸ਼ਰ ਦੇ ਧੀਆਂ ਤੇ ਪੁੱਤਰ ਹੋ, ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ। You are the sons and daughters of that God who is the master of all the ਤੁਹਾਡਾ ਰੱਬ universe. ਕੌਣ ਹੈ? Who is your God? ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ। He is the master of the world. ਜੇ ਤੁਹਾਡੇ ਲਾਗੇ ਕੋਈ ਹੈਗਾ ਜਿਹਨੂੰ ਕਹੋ ਮੇਰਾ ਰੱਬ ਸਾਰੀ ਦੁਨੀਆ ਦਾ ਮਾਲਕ ਹੈ, My God is the master of the world. Say it to near ones. ਹਾਲੇਲੂਇਆ। Hallelujah. ਉਹ ਸਭ ਕੁਝ ਮੁਹੱਈਆ ਕਰਾਉਣ ਵਾਲਾ ਪਰਮੇਸ਼ਰ ਹੈ। He is all providing God. ਉਹ ਇਸ ਦੁਨੀਆ ਦੇ ਉੱਤੇ ਤੁਹਾਡੀ ਪਿੱਠ ਨਹੀਂ ਲੱਗਣ ਦੇਵੇਗਾ। He won't let you just lie down. ਉਹ ਕਦੇ ਵੀ ਤੁਹਾਨੂੰ ਸ਼ਰਮਿੰਦੇ ਨਹੀਂ ਹੋਣ ਦੇਵੇਗਾ। He will never get you be ashamed. ਉਸਨੇ ਕਿਹਾ ਮੈਂ ਤੇਰਾ ਭੈ ਕੌਮਾਂ ਵਿੱਚ ਪਾਵਾਂਗਾ। He said, I will make the nations fear you. ਹਾਲੇਲੂਇਆ। Hallelujah. ਕੀ ਤੁਸੀਂ ਮੇਰੀ ਕਾਪੀ ਕਰ ਸਕਦੇ ਆ? Can you copy? ਹਾਲੇਲੂਇਆ। Hallelujah. ਹਾਲੇਲੂਇਆ। Hallelujah. ਹਾਲੇਲੂਇਆ। Hallelujah. ਖੁਸ਼ ਰਹਿਣਾ ਬਹੁਤ ਜ਼ਰੂਰੀ ਆ। It's so very good to be happy. 40% ਬਿਮਾਰੀਆਂ ਤੁਹਾਨੂੰ ਉਵੇਂ ਹੀ ਛੱਡ ਕੇ ਚਲ ਜਾਂਦੀਆਂ ਨੇ। 40% of sickness just leave you like that. ਜਦੋਂ ਤੁਸੀਂ ਖੁਸ਼ ਰਹਿੰਦੇ ਆ, When you are happy, ਹਾਂ ਹਾਲਾਤ ਹੋ ਸਕਦੇ ਆ ਤੁਹਾਨੂੰ ਖੁਸ਼ ਨਾ ਹੋਣ ਦੇਣ, situations may vary, it won't let you be happy. ਪਰ ਤੁਹਾਨੂੰ ਆਪਣੇ ਹਾਲਾਤਾਂ ਨਾਲ ਲੜਨਾ ਪੈਂਦਾ ਹੈ You have to fight your situation ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੱਸ ਸਕੋ। so that you can laugh in your life. ਹਾਲੇਲੂਇਆ। Hallelujah. ਹਾਲੇਲੂਇਆ। Hallelujah. ਪ੍ਰੇਜ਼ ਦ ਲਾਰਡ। Praise the Lord. ਮੈਂ ਦੇਖ ਰਿਹਾ ਸੀ ਕਿ ਮੇਰੇ ਗੁਰੂ ਜੀ ਇੱਕ ਵਿਆਹ ਵਿੱਚ ਗਏ ਹਨ। I was watching, my teacher was going into a wedding. ਮੈਨੂੰ ਕਾਫੀ ਚਿਰ ਹੋ ਗਿਆ ਕਿਸੇ ਵਿਆਹ ਵਿੱਚ ਗਏ ਨੂੰ ਵੈਸੇ, And it has been a long time I went to a wedding. ਤੇ ਪਰ ਮੇਰੇ ਗੁਰੂ ਜੀ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਮੈਂ ਦੇਖਿਆ ਉਹ ਕਿਸੇ ਵਿਆਹ ਵਿੱਚ ਬੈਠੇ ਸਨ। And a long time has passed, my teacher was sitting in a wedding feast. ਅਤੇ ਮੇਰੇ ਗੁਰੂ ਜੀ ਦੇ ਨਾਲ ਉਹਨਾਂ ਦੇ ਚੇਲੇ ਵੀ ਸਨ And with my teacher were the disciples. ਅਤੇ ਉਹਨਾਂ ਦੀ ਮਾਤਾ ਵੀ ਉੱਥੇ ਸੀ। And the mother of Jesus was there. ਜਦੋਂ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ, And as the wedding feast was going on, ਅੱਛਾ ਮੇਰੀ ਗੱਲ ਸੁਣੋ, and listen to me. ਜਦੋਂ ਤੁਸੀਂ ਵਿਆਹ ਜਾਂਦੇ ਹੋ ਤੁਹਾਨੂੰ ਸੱਦਾ ਆਉਂਦਾ ਤਾਂ ਜਾਂਦੇ ਹੋ ਜਾਂ ਆਪਣੇ ਆਪ ਚਲੇ ਜਾਂਦੇ ਹੋ? When do you go to a wedding? You are invited or just like that? You ਹੈਂ? go. ਜੇ ਵਿਆਹ 'ਚ ਜਾਣਾ ਹੈ ਸਾਨੂੰ ਸੱਦਾ ਆਉਣਾ ਚਾਹੀਦਾ, ਸਹੀ ਆ? ਜੇ ਵਿਆਹ 'ਚ ਜਾਣਾ ਆ If you ought to go to a wedding feast, ਤਾਂ ਸੱਦਾ ਆਉਣਾ ਚਾਹੀਦਾ, then invitation card also to be brought. ਨਹੀਂ ਤਾਂ ਮੇਰੇ ਵਰਗੇ ਬਿੰਗੇ ਹੋ ਜਾਂਦੇ ਕਹਿੰਦੇ ਮੈਨੂੰ ਕਿਹੜਾ ਸੱਦਾ ਆਇਆ, Or people like me just get bended, I'm not invited. ਮੈਂ ਨਹੀਂ ਜਾਣਾ। Oh, I will not go. ਉਹ ਕਹਿਣਗੇ ਨਹੀਂ ਨਹੀਂ ਤੈਨੂੰ ਸੱਦਾ ਆ ਤੂੰ ਆਉਣਾ। And he said, no, you are invited, you will surely come. ਨਹੀਂ ਨਹੀਂ ਉਹ ਵਿਆਹ ਵਾਲੇ ਮੁੰਡੇ ਨੇ ਮੈਨੂੰ ਸੱਦਿਆ ਨਹੀਂ ਇਸ ਕਰਕੇ ਮੈਂ ਨਹੀਂ ਜਾਂਦਾ। The bridegroom did not invite me, I will not go into that wedding. ਅਕਸਰ ਨਜ਼ਦੀਕ ਦੀਆਂ ਰਿਸ਼ਤੇਦਾਰੀਆਂ ਵਿੱਚ ਲਫੜਾ ਬਹੁਤ ਰਹਿੰਦਾ ਹੈ And this is a quarrel between the nearby relations that is. ਕਿ ਮੈਨੂੰ ਸੱਦਿਆ ਨਹੀਂ ਮੈਂ ਨਹੀਂ ਜਾਣਾ। And it is there that I'm not invited, I'll not go. ਇਹਦਾ ਮਤਲਬ ਯਿਸੂ ਮਸੀਹ ਨੂੰ ਵਿਆਹ 'ਚ ਸੱਦਿਆ ਗਿਆ ਸੀ, That means Jesus Christ was invited in that wedding. ਉਹਨਾਂ ਦੀ ਮਾਤਾ ਨੂੰ ਵੀ ਸੱਦਿਆ ਗਿਆ ਸੀ। And their mother was also invited too. ਇਹਦਾ ਮਤਲਬ ਇਹ ਹੋਇਆ ਕਿ ਨਜ਼ਦੀਕੀ ਰਿਸ਼ਤੇਦਾਰਾਂ ਦਾ ਵਿਆਹ ਸੀ। That means the wedding was of near one relatives. ਜਿੰਨਾ ਚਿਰ ਯਿਸੂ ਮਸੀਹ ਧਰਤੀ ਤੇ ਰਹੇ ਮੈਨੂੰ ਕੋਈ ਏਦਾਂ ਦਾ ਹੋਰ ਪ੍ਰੂਫ ਨਹੀਂ ਮਿਲਿਆ ਕਿ ਦੁਬਾਰਾ ਵਿਆਹ ਵਿੱਚ ਵੀ ਉਹ ਕਿਤੇ ਗਏ। Until the time Jesus spent his life on this earth, I did not find any proof Jesus went to any other wedding. ਪਰ ਮੈਨੂੰ ਬਾਈਬਲ 'ਚ ਇੱਕੋ ਹੀ ਜਗ੍ਹਾ ਲੱਭਿਆ ਕਿ ਯਿਸੂ ਮਸੀਹ ਵਿਆਹ ਦੇਖਣ ਗਏ। Only in one part of the Bible I could see Jesus went to see the wedding. ਯਿਸੂ ਮਸੀਹ ਪਾਦਰੀ ਬਣ ਕੇ ਉੱਥੇ ਨਹੀਂ ਗਏ। Jesus didn't go as a pastor over there. ਉਹ ਵਿਆਹ ਪੜਨ ਵਾਸਤੇ ਨਹੀਂ ਗਏ ਸੀ, He did not go to solemnize the wedding, ਵਿਆਹ ਦੇਖਣ ਵਾਸਤੇ ਗਏ ਸੀ। just to watch the wedding. ਅਤੇ ਜਦੋਂ ਅਸੀਂ ਵਿਆਹ ਦੇਖਣ ਜਾਂਦੇ ਹਾਂ And when we go and to watch the wedding, ਕਿ ਅਸੀਂ ਸਾਡੇ ਉੱਤੇ ਕੋਈ ਬੋਝ ਹੁੰਦਾ ਹੈ ਵਿਆਹ ਦੇ ਅੰਦਰ, is there any burden upon us when we are in the wedding? ਬਈ ਮਸ਼ਰੂਮ ਘਟ ਗਿਆ, ਜੂਸ ਘਟ ਗਿਆ, ਚਿੱਲੀ ਚਿਕਨ ਘਟ ਗਿਆ, ਤੰਦੂਰ ਘਟ ਗਿਆ, ਇਹ ਘਟ ਗਿਆ, ਉਹ ਘਟ ਗਿਆ। That the wine is just scarce of all the other things?
ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ We do not have any responsibility. ਕਿਉਂਕਿ ਅਸੀਂ ਵਿਆਹ ਦੇਖਣ ਗਏ ਆ For we have just gone to watch a wedding. ਤੇ ਅਸੀਂ ਦੇਖਣਾ ਤੇ ਨੁਕਸ ਕੱਢਣੇ ਆ ਵਿਆਹ ਦੇ ਅੰਦਰ And we ought to just watch and find the problems. ਅਸੀਂ ਜਦੋਂ ਵਿਆਹ ਜਾਂਦੇ ਆ ਤਾਂ ਅਸੀਂ ਦੇਖਦੇ ਆ ਕਿਸ ਨੇ ਕੀ ਪਾਇਆ ਹੈ And we go to a wedding and we keep looking what you have worn. ਸਪੈਸ਼ਲੀ ਮੇਰੀਆਂ ਭੈਣਾਂ ਇਹ ਸੋਚਦੀਆਂ ਨੇ ਕਿ ਮੇਰੇ ਨਾਲੋਂ ਵਧੀਆ ਸੂਟ ਕਿਹਨੇ ਪਾਇਆ ਹੈ Mostly my sisters keep watching more than mine who has worn the best. ਉਹ ਵਿਆਹ ਨਹੀਂ ਦੇਖਦੇ ਲੋਕ ਅੱਜ ਕੱਲ And the people of today do not look into the wedding. ਉਹ ਲੋਕਾਂ ਨੂੰ ਦੇਖਦੇ ਆ They look to the people. ਅਤੇ ਕਈ ਉੱਥੇ ਜਾ ਕੇ ਦੇਖਦੇ ਆ ਕਿ ਕਿੰਨੇ ਕਿਹੜੀ ਪਲੇਟ ਵਿੱਚ ਕੀ ਰੱਖਿਆ ਹੈ And over there some go and see on which plate what they have put ਅਤੇ on. ਕਿੰਨੇ ਕਿੰਨਾ ਖਾਦਾ ਇਹ ਵੀ ਦੇਖਦੇ ਆ And how much someone has eaten, they do watch this. ਇਸ ਲਈ ਅੱਜ ਮੈਂ ਤੁਹਾਨੂੰ ਵਿਆਹ ਚੰਗੀ ਤਰ੍ਹਾਂ ਦਿਖਾਉਣਾ ਹੈ And I will make you to see wedding in a ਕਿਉਂਕਿ wedding. ਅੱਜ ਮੇਰੇ ਗੁਰੂ ਜੀ ਵਿਆਹ ਵਿੱਚ ਗਏ ਹਨ For my teacher has gone into wedding today. ਤਿਆਰ ਰਹੋ ਹੋ ਸਕੇ ਤੁਹਾਡੀ ਮਿਲਣੀ ਵੀ ਕਰਾ ਦੇਵਾਂ Be ready, you will be made to be in relation. ਕਿਉਂਕਿ ਵਿਆਹ ਮਿਲਣੀ ਤੋਂ ਬਿਨਾ ਵਧੀਆ ਨਹੀਂ ਕਹਿੰਦੇ ਲੱਗਦਾ Without relationship, the wedding is of no use. It doesn't look ਮਿਲਣੀ ਦਾ ਅਸਲੀ ਮਤਲਬ ਕੀ ਹੁੰਦਾ ਹੈ What does it mean to be bound? ਕੰਬਲ ਦੇਣੇ ਨਹੀਂ ਹੁੰਦਾ It's not to get something. ਮੁੰਦੀਆਂ ਪਾਉਣਾ ਨਹੀਂ ਹੁੰਦਾ Not to wear the rings. ਹਾਰ ਪਾਉਣੇ ਨਹੀਂ ਹੁੰਦਾ Not to wear the garlands. ਮਿਲਣਾ To just meet. ਮਿਲਣਾ Meet. ਇੱਕ ਦੂਜੇ ਨੂੰ ਜਾਣਨਾ To know each ਇੱਕ other. ਬਾਰੇ ਦੂਜੇ ਬਾਰੇ ਜਾਣਨਾ To know each other. ਤੁਸੀਂ ਕੀ ਕਰਦੇ ਹੋ What do you do? ਕਿੱਥੇ ਰਹਿੰਦੇ ਹੋ Where do you live? ਤੁਹਾਡੀ ਪਰਸਨੈਲਿਟੀ ਕੀ What's ਹੈ your personality? ਕਿਹੜੇ ਪਰਿਵਾਰ ਵਿੱਚੋਂ From which family? ਬੱਚੇ ਕਿੰਨੇ ਆ How many children? ਔਰ ਤੁਹਾਡਾ ਕੱਦ ਕੀ ਹੈ ਸਮਾਜ ਵਿੱਚ And what is your personality in the society? ਮਿਲਣੀ ਦਾ ਮਤਲਬ ਹੈ ਜਾਣਨਾ Meeting means to know each other. ਪਰ ਮਿਲਣੀ ਪੁਰਾਣੀ ਹੋ ਗਈ ਤੇ ਉਹਦੇ ਅਰਥ ਭਾਵ ਵੀ ਬਦਲ ਗਏ And the meeting, if it is old, the meanings differs. ਕਿੰਨੇ ਜਾਣਿਆਂ ਦੇ ਵਿਆਹ ਹੋਏ ਆ How many are married? ਵਿਆਹ ਕਿੰਨੇ ਜਾਣਿਆਂ ਦੇ ਹੋਏ ਆ How many of you are married? ਤੁਸੀਂ ਖੁਸ਼ ਆ ਆਪਣੇ ਵਿਆਹ ਤੋਂ Are you happy with your marriage? ਖੁਸ਼ ਆ ਗੁਰਸ਼ਨ ਵੀ ਖੁਸ਼ ਆ Yes. ਚੰਗੀ ਗੱਲ ਹੈ It's so very good. ਪਰ ਬਹੁਤ ਸਾਰੇ ਆ ਜਿਹੜੇ ਵਿਆਹ ਤੋਂ ਖੁਸ਼ ਨਹੀਂ ਆ But many are not happy with the marriage. ਤੇ ਇੱਕ ਵਿਆਹ ਵਾਲੀ ਲਾਈਫ ਖੁਸ਼ ਹੋਣਾ ਬਹੁਤ ਜ਼ਰੂਰੀ ਆ And a marriage that is of the marriage, the life should be very good. ਕਿਉਂਕਿ ਵਿਆਹ ਪਰਮੇਸ਼ਵਰ ਦੀ ਯੋਜਨਾ ਹੈ For the marriage is the plan of God. ਅਤੇ ਜਿੰਨਿਆਂ ਦੇ ਵਿਆਹ ਹੋਣੇ ਆ ਮੇਰੀ ਪ੍ਰਾਰਥਨਾ ਹੈ ਕਿ ਪ੍ਰਭੂ ਉਹਨਾਂ ਨੂੰ ਆਪਣੇ ਜੀਵਨ ਵਿੱਚ ਖੁਸ਼ ਰੱਖਣ And all those who are about to be married, this is my prayer, you be happy all your life. ਹਾਲੇਲੂਇਆ Hallelujah. ਪ੍ਰੇਜ਼ ਦ ਲਾਰਡ Praise the Lord. ਕਈ ਚੀਜ਼ਾਂ ਇਹਨਾਂ ਨੂੰ ਚੰਗੀਆਂ ਬਹੁਤ ਲੱਗਦੀਆਂ ਪਰ ਉਦਾਂ ਹੀ ਮੈਨੂੰ ਹੰਗਾਰਾ ਨਹੀਂ ਦਿੰਦੇ And some things they feel good, but they do not answer me back. ਸੁਣੋ Listen to me. ਹੁਣ ਮੈਂ ਗੱਲਾਂ ਕਰਦਾ ਸੀ ਪਹਿਲਾਂ ਸੰਸਾਰਿਕ And I was earlier talking about the worldly things. ਹੁਣ ਮੈਂ ਤੁਹਾਨੂੰ ਵਿਆਹ ਆਤਮਿਕ ਤਰੀਕੇ ਨਾਲ ਦਿਖਾਉਣਾ ਚਾਹੁੰਦਾ And I want to see the marriage in a spiritual way. ਦੇਖੋ ਯਿਸੂ ਮਸੀਹ ਸਾਡਾ ਦੁਲਹਾ ਹੈ See, Jesus Christ is a bridegroom. ਅਸੀਂ ਉਹਦੀ ਦੁਲਹਨ ਹਾਂ And we are his bride. ਅਤੇ ਜੇ ਦੁਲਹਨ ਗੱਲ ਨਾ ਮੰਨੇ If the bride doesn't obey, ਅਤੇ ਦੁਲਹਾ ਨੂੰ ਲੈ ਕੇ ਨਹੀਂ ਜਾਂਦਾ the bridegroom doesn't take her away. ਤੇ ਤੁਸੀਂ ਮਸੀਹ ਦੀ ਦੁਲਹਨ ਹੋ You are the bride of Christ. ਤੁਸੀਂ ਭਾਵੇਂ ਕਿਸੇ ਵੀ ਜੈਂਡਰ ਦੇ ਵਿੱਚੋਂ You may be from any kind of gender. ਪਰਮੇਸ਼ਰ ਨੂੰ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ It doesn't matter to God. ਕਿਉਂਕਿ ਸਵਰਗਾਂ ਦੇ ਵਿੱਚ ਨਾ ਵਿਆਹ ਹੁੰਦੇ ਆ ਤੇ ਨਾ ਕੀਤੇ ਜਾਂਦੇ ਆ In the heavenly kingdom of God, no marriages are done or nor are they ਸਵਰਗ solemnized. ਵਿੱਚ ਤੁਹਾਡੇ ਆਤਮਾ ਦਾ ਰਿਸ਼ਤਾ ਹੈ There is a relation in the heaven of your spirits. ਅਸੀਂ ਉਹਦੀ ਦੁਲਹਨ ਹਾਂ ਤੇ ਦੁਲਹਨ ਨੂੰ ਹੁਕਮ ਹੈ And we are his bride, and it is a command ਕਿ 6 ਦਿਨ ਦੁਲਹਨ ਕੰਮ ਕਰੇ that the bride works for 6 days. ਪਰ 7ਵੇਂ ਦਿਨ ਦੁਲਹਨ ਮੇਰੀ ਹਜ਼ੂਰੀ ਵਿੱਚ ਆਵੇ But the 7th day the bride comes in my presence. ਇਸ ਲਈ ਜਿਹੜੇ ਅੱਜ 7ਵੇਂ ਦਿਨ ਪ੍ਰਭੂ ਦੀ ਹਜ਼ੂਰੀ ਵਿੱਚ ਆਏ ਆ ਇਹਦਾ ਮਤਲਬ ਉਹ ਆਪਣੇ ਦੁਲਹੇ ਦੀ ਗੱਲ ਮੰਨਣ ਵਾਲੇ ਹਨ Those who have come on the 7th day into his presence, they are obedient to their bridegroom. ਪਰ ਮੇਰੇ ਗੁਰੂ ਜੀ ਜਿਸ ਵਿਆਹ ਦੇ ਵਿੱਚ ਗਏ ਸਨ My teacher, he went to a wedding. ਉੱਥੇ ਉਹਨਾਂ ਦੀ ਮੈਂ ਮੁੱਕ ਗਈ Over there the wine got finished.
ਅਤੇ ਬਹੁਤ ਸਾਰੇ ਲੋਕਾਂ ਦਾ ਅੱਜ ਤੱਕ ਵਿਚਾਰ ਹੈ ਕਿ ਜਿਹੜੀ ਮੈਂ ਉਹ ਸ਼ਰਾਬ ਹੈ। And many people has this thought in their mind. It's a liquor. ਜਿਹੜੇ ਆਪਣੀ ਜ਼ਿੰਦਗੀ 'ਚ ਪੀਣਾ ਚਾਹੁੰਦੇ ਆ ਉਹ ਕਹਿੰਦੇ ਮੈਂ ਸ਼ਰਾਬ ਆ। And those who wants to drink into their lives, they think wine is a liquor. ਪਰ ਜਿਹੜੇ ਪੀਣਾ ਨਹੀਂ ਚਾਹੁੰਦੇ ਉਹ ਕਹਿੰਦੇ ਮੈਂ ਜਿਹੜਾ ਆ ਉਹ ਅੱਗ ਤੋਂ ਬਿਨਾ ਬਣਾਇਆ ਗਿਆ ਇੱਕ ਜੂਸ ਹੈ। And those who doesn't want to drink, their thought is that wine is made without yeast. ਇਸ ਲਈ ਇਸ ਅੱਖਰ ਦੀ ਡਿਬੇਟ ਅੱਜ ਤੱਕ ਚੱਲਦੀ ਆ ਰਹੀ ਹੈ। So the word is being debated till now. ਪਰ ਅਸੀਂ ਜਿਹੜੀ ਕਲੀਸਿਆ ਦੇ ਸਦੱਸਿਆ ਆ ਇਹਦੇ ਵਿੱਚ ਸ਼ਰਾਬ ਪੀਣਾ ਮਨਾ ਹੈ। But the member of the church we belong to, the drinking of the wine or the liquor is forbidden. ਕਿਉਂਕਿ ਸਾਰਾ ਬਾਈਬਲ ਦੱਸਦਾ ਹੈ ਕਿ ਯਿਸੂ ਮਸੀਹ ਨੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। Because all the scripture says Jesus Christ didn't allow you to have any kind of intoxication. ਜਦੋਂ ਵਿਆਹ ਪੂਰਾ ਭਖਿਆ ਹੋਇਆ ਸੀ, And when the marriage feast was at its best, ਜਦੋਂ ਸਾਰੇ ਖਾਣ ਪੀਣ ਵਿੱਚ ਮਸਤ ਹੋਏ and ਸਨ, all were busy eating, ਜਦੋਂ ਵਰਤਾਵੇ ਜਲਦੀ ਲੋਕਾਂ ਨੂੰ ਭੋਜਨ ਵਰਤਾ ਰਹੇ ਸਨ, and the stewards were busy just serving the people, ਅਚਾਨਕ ਉਹਨਾਂ ਦੀ ਮਾਤਾ ਯਿਸੂ ਮਸੀਹ ਦੇ ਕੋਲ ਆਈ। and all of a sudden the mother of Jesus came to Jesus. ਜੇ ਅਸੀਂ ਇਸ ਨੂੰ ਧਿਆਨ ਦੇ ਨਾਲ ਦੇਖੀਏ, ਇੱਥੇ ਯਿਸੂ ਮਸੀਹ ਦੀ ਮਾਂ ਉਹਦੇ ਨਾਲ ਪੁੱਤ ਵਾਂਗੂ ਗੱਲ ਨਹੀਂ ਕਰ ਰਹੀ। And over here, if we see with all deep depth, we see a mother not talking to Jesus as a mother. ਇੱਥੇ ਉਹਦੀ ਮਾਤਾ ਜੀਸਸ ਦੇ ਨਾਲ ਉਹ ਪਰਮੇਸ਼ਰ ਦਾ ਪੁੱਤਰ ਸਮਝ ਕੇ ਗੱਲ ਕਰ ਰਹੀ ਹੈ। And over here, the mother is talking to Jesus as if he's the Son of God. ਅਤੇ ਉਸਨੇ ਆ ਕੇ ਯਿਸੂ ਮਸੀਹ ਨੂੰ ਕਿਹਾ, And she came to Jesus and she said, ਜੀਸਸ, Oh Jesus, ਜੀਸਸ, oh Jesus, ਵਿਆਹ ਵਾਲਿਆਂ ਦੀ ਮੈਂ ਮੁੱਕ ਗਈ ਆ। oh the wine has finished of these people. ਯਿਸੂ ਮਸੀਹ ਨੇ ਜਵਾਬ ਦਿੱਤਾ, And Jesus Christ answered, ਇਹਦੇ ਨਾਲ ਤੈਨੂੰ ਤੇ ਮੈਨੂੰ ਕੀ ਆ? Oh, what it is to you or to me? ਯਿਸੂ ਮਸੀਹ ਨੇ ਨਾਲ ਹੀ ਆਪਣੀ ਮਾਂ ਨੂੰ ਕਿਹਾ, ਹਜੇ ਇਹ ਕੰਮ ਕਰਨ ਲਈ ਮੇਰਾ ਸਮਾਂ ਨਹੀਂ ਆਇਆ। And at the same time, Jesus spoke unto his mother, My time has not yet come. ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਆਪਣੇ ਜੀਵਨ ਵਿੱਚ ਕਰਾਮਾਤ ਕਿੱਦਾਂ ਲੈ ਸਕਦੇ And ਹੋ। I want to tell you how you can receive your miracle of ਤੁਸੀਂ life. ਆਪਣੇ ਜੀਵਨ ਵਿੱਚ ਚਮਤਕਾਰ ਕਿੱਦਾਂ ਲੈ ਸਕਦੇ ਹੋ। And how you receive your miracle. ਇੱਥੇ ਅਸੀਂ ਇਹਨਾਂ ਦੋਨਾਂ ਦੀ ਵਾਰਤਾਲਾਪ ਵਿੱਚੋਂ ਸਿੱਖਦੇ ਹਾਂ ਕਿ ਚਮਤਕਾਰ ਕਿੱਦਾਂ ਆ ਸਕਦਾ ਹੈ। And we learn from these two people's conversation how the miracles take place. ਜਦੋਂ ਚਮਤਕਾਰ ਕਰਨ ਵਾਲਾ ਇਹ ਕਹਿ ਦਵੇ, When the one who does miracles says, ਹਜੇ ਮੇਰਾ ਸਮਾਂ ਨਹੀਂ ਹੈ, Now my time is not yet come. ਪਰ ਉਸਨੇ ਕਿਹਾ ਜੀਸਸ, But she said, Jesus, ਇਹਨਾਂ ਦੀ ਮੈਂ ਮੁੱਕ ਗਈ ਹੈ। the wine has finished off. ਕਿਉਂ? ਉਹਨਾਂ ਦੀ ਮਾਤਾ ਨੇ ਕਿਹਾ ਇਹਨਾਂ ਦੀ ਮੈਂ ਮੁੱਕ ਗਈ ਹੈ। Why the mother told the wine has gone and it's finished. ਇਹ ਚੀਜ਼ਾਂ ਦਿਖਾਉਂਦੀਆਂ ਆ ਕਿ ਬੜੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਸ਼ਾਦੀ ਹੈ। And these all things, the description shows a marriage of a near relative. ਅਤੇ ਉੱਥੇ ਜੀਸਸ ਦੀ ਮਾਂ ਨੂੰ ਉਹਨਾਂ ਦਾ ਫਿਕਰ ਸ਼ੁਰੂ ਹੋ ਗਿਆ, And the mother is worried about those whose the wedding was. ਕਿਉਂਕਿ ਬਰਾਤੀਆਂ ਦੇ ਵਿੱਚ ਇਸ ਪਰਿਵਾਰ ਦੀ ਬੜੀ ਬੇਇੱਜ਼ਤੀ ਹੋ ਜਾਏਗੀ। For the guests in their sight, this family would be ਉਹ downgraded. ਕਹਿਣਗੇ ਇਹ ਚੰਗੀ ਕੁੜੀ ਤੁਸੀਂ ਲੈ ਕੇ ਚੱਲਿਓ ਨਾ ਕੋ ਤਾਂ ਬਰਾਤ ਦੀ ਸੇਵਾ ਨਹੀਂ ਹੋ ਸਕੀ। And they would say, It's good daughter you are taking. They could not treat the guests properly. ਅਤੇ ਲੋਕ ਗੱਲਾਂ ਕਰਨਗੇ And people shall talk nonsense. ਅਤੇ ਲੋਕ ਸਾਡੀ ਬੇਇੱਜ਼ਤੀ ਕਰਨਗੇ। People shall just talk against that. ਹਜੇ ਇਸ ਵਿਆਹ ਦੇ ਵਿੱਚ ਕੋਈ ਨਹੀਂ ਜਾਣਦਾ ਕਿ ਇੱਕ ਆਦਮੀ ਇੱਥੇ ਹੈਗਾ And no one knows in this marriage that there is one man ਜਿਹੜਾ ਸਾਨੂੰ ਬੇਇੱਜ਼ਤੀ ਤੋਂ ਬਚਾ ਸਕਦਾ ਹੈ। who can just save us from this shame. ਪਰ ਇਹ ਗੱਲ ਯਿਸੂ ਦੀ ਮਾਂ ਜਾਣਦੀ ਹੈ But the mother of Jesus knows ਕਿ ਇੱਕ ਜੀਸਸ ਹੀ ਹੈ ਜਿਹੜਾ ਇਹਨਾਂ ਨੂੰ ਅੱਜ ਬੇਇੱਜ਼ਤੀ ਤੋਂ ਬਚਾ ਸਕਦਾ ਹੈ, that alone Jesus can save them from shame. ਜਿਹੜਾ ਇਹਨਾਂ ਨੂੰ ਉਲਾਮਿਆਂ ਤੋਂ ਬਚਾ ਸਕਦਾ ਹੈ। Who can save them from the talks of people? ਸਿਰਫ ਯਿਸੂ ਮਸੀਹ ਦੇ ਕੋਲ ਉਸ ਦੀ ਮਾਤਾ ਗਈ। Only to Jesus, the mother of Jesus, went. ਉਸਨੇ ਕਿਹਾ
ਉਹਨਾਂ ਦੀ ਮੈਂ ਮੁੱਕ ਗਈ ਹੈ And she said, the wine has finished. ਅਤੇ ਕਰਾਮਾਤ ਲੈਣ ਦਾ ਤਰੀਕਾ ਲੱਗਾ ਸ਼ੁਰੂ ਹੋਣ And see the way you receive the miracle. ਜਦੋਂ ਯਿਸੂ ਮਸੀਹ ਨੇ ਉਸ ਦੀ ਮਾਤਾ ਨੇ ਕਿਹਾ When the mother told unto Jesus, ਤੁਰੰਤ ਉਸਨੇ ਉਹਦੇ ਚੇਲਿਆਂ ਨੂੰ ਵੀ ਗੱਲ ਕਹੀ that very moment he told unto his disciples. ਅਤੇ ਉੱਥੇ ਜਿਹੜੇ ਟੈਲਿਓਸ ਸੀ ਉਹਨਾਂ ਨੂੰ ਵੀ ਇਹ ਗੱਲ ਕਹੀ And he told this thing to the stewards also. ਇੱਧਰ ਆਓ ਇੱਧਰ ਆਓ Oh, come over here, come over here. ਜਿੱਦਾਂ ਜੀਸਸ ਕਹਿਣ ਉਦਾਂ ਕਰਿਓ Oh, do exactly as Jesus tells you. ਅਤੇ ਉਹਨਾਂ ਦੀ ਮਾਤਾ ਉੱਥੋਂ ਚਲੀ ਗਈ And the mother went from that scene. ਉਸਨੇ ਜੀਸਸ ਦੀ ਜ਼ਿੰਮੇਵਾਰੀ ਲਾਤੀ And Jesus was made responsible ਕਿਉਂਕਿ for. ਆਤਮਿਕ ਤੌਰ ਤੇ ਉਹ ਜਾਣਦੀ ਸੀ ਕਿ ਯਿਸੂ ਹੀ ਹੈ ਜਿਹੜਾ ਇਸ ਘਾਟੇ ਨੂੰ ਵਾਧੇ ਵਿੱਚ ਬਦਲ ਸਕਦਾ ਹੈ For she knew in spirit only Jesus can fulfill what is something scarce of. ਹਾਲਾਂਕਿ ਯਿਸੂ ਮਸੀਹ ਨੇ ਇਸ ਤੋਂ ਪਹਿਲਾਂ ਕੋਈ ਵੀ ਚਮਤਕਾਰ ਨਹੀਂ ਸੀ ਕੀਤਾ Whereas Jesus has never ever done any miracle in his life. ਹਾਲਾਂਕਿ ਯਿਸੂ ਮਸੀਹ ਦੇ ਬਾਰੇ ਬਹੁਤੇ ਲੋਕਾਂ ਨੂੰ ਕੋਈ ਗਿਆਨ ਨਹੀਂ ਸੀ And most of the people never knew about Jesus Christ. ਪਰ ਯਿਸੂ ਮਸੀਹ ਦੀ ਮਾਂ ਨੂੰ ਪਤਾ ਸੀ But the mother of Jesus knew. ਤੇ ਜਦ ਯਿਸੂ ਮਸੀਹ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਗਈ And when this responsibility was given unto Jesus, ਤਾਂ ਯਿਸੂ ਮਸੀਹ ਦੀ ਨਜ਼ਰ ਕਿੱਥੇ ਪਈ oh, where the sight of the Lord Jesus went. ਮੈਂ ਇਸ ਭੇਤ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ And the mystery I am about to just unfold. ਬਾਈਬਲ ਇਦਾਂ ਦੱਸਦਾ ਹੈ The Bible says ਯਿਸੂ ਮਸੀਹ ਦੀ ਨਜ਼ਰ ਉਹਨਾਂ 6 ਮੱਟਾਂ ਦੇ ਉੱਤੇ ਪਈ Jesus Christ looked towards those 6 jars. ਉਹ 6 ਮੱਟ ਜਿਹੜੇ ਬਾਹਰ ਰੱਖੇ ਹੋਏ ਸਨ The 6 jars that were kept outside. ਉਹ ਯਹੂਦੀਆਂ ਦੀ ਇੱਕ ਰੀਤ ਸੀ ਕਿ ਜਦੋਂ ਵੀ ਕੋਈ ਆਉਂਦਾ ਸੀ ਆਪਣੇ ਪੈਰ ਉਹਨਾਂ ਮੱਟਾਂ ਵਿੱਚੋਂ ਪਾਣੀ ਕੱਢ ਕੇ ਧੋਂਦਾ ਸੀ And a ritual of the Jews says they used to wash as they used to enter the house with those water in those jars. ਉਹ ਜਿਹੜੇ ਮੱਟ ਸੀਗੇ ਉਹ ਸਫਾਈ ਕਰਨ ਦੇ ਕੰਮ ਨੂੰ ਕਰਦੇ ਸਨ And the jars were kept to cleanse those. ਹੋ ਸਕਦਾ ਉਹ ਮੱਟ ਗੰਦੇ ਹੋਣ Those jars could be dirt. ਹੋ ਸਕਦਾ ਅੰਦਰੋਂ ਉਹ ਨਾ ਧੋਤੇ ਗਏ ਹੋਣ And from inside they would not be clean ਕਿਉਂਕਿ enough. ਹਰ ਵਿਅਕਤੀ ਜਾਣਦਾ ਸੀ ਕਿ ਇਹਨਾਂ ਮੱਟਾਂ ਦਾ ਪਾਣੀ ਜਿਹੜਾ ਹੈ ਉਹ ਸਿਰਫ ਪੈਰ ਧੋਣ ਦੇ ਕੰਮ ਆਉਂਦਾ ਹੈ For every person knew the water of those jars is only capable to wash the feet. ਉਸ ਦੇ ਵਿੱਚੋਂ ਲੋਕ ਪਾਣੀ ਪੀਆ ਨਹੀਂ ਕਰਦੇ ਸਨ People do not drink water from those ਸਿਰਫ jars. ਧੋਣ ਦੇ ਕੰਮ ਆਉਂਦਾ ਸੀ Only it is made to use to wash. ਅਤੇ ਯਿਸੂ ਮਸੀਹ ਦੀ ਨਜ਼ਰ ਉਹਨਾਂ ਮੱਟਾਂ ਦੇ ਉੱਤੇ ਪਈ And Jesus looking towards those jars. ਯਿਸੂ ਮਸੀਹ ਦੇ 4 ਚਪੇਰੇ ਟਹਿਲੂਏ ਅਤੇ ਉਹਦੇ ਚੇਲੇ ਖੜੇ ਸਨ The disciples and the stewards all around Jesus standing. ਯਿਸੂ ਮਸੀਹ ਨੇ ਕਿਹਾ Jesus said, ਇਹ ਜਿਹੜੇ 6 ਮੱਟ ਇਹਨਾਂ ਨੂੰ ਪਾਣੀ ਦੇ ਨਾਲ ਭਰ ਦਿਓ oh, fill these 6 jars full of water. ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਪ੍ਰਭੂ ਦੇ ਘਰ ਪਿੱਛੇ ਬੈਠਣ ਵਾਲੇ ਵੀ ਹੋ And I want to tell you, if you are the one to sit at behind in the house of God, ਜੇਕਰ ਤੁਹਾਡੀ ਕਿਤੇ ਵੀ ਇੱਜ਼ਤ ਨਹੀਂ ਹੈ ਬੁਕਤ ਨਹੀਂ ਹੈ and if you are not honored anywhere, ਅਗਰ ਮੇਰੇ ਯਿਸੂ ਦੀ ਨਜ਼ਰ ਪੈ ਗਈ if my Lord's sight comes upon you, ਤਾਂ ਮੇਰਾ ਯਿਸੂ ਤੁਹਾਨੂੰ ਉਹਨਾਂ ਚੀਜ਼ਾਂ ਨਾਲ ਭਰ ਦੇਵੇਗਾ ਜਿਹੜੀਆਂ ਪੈਰਾਂ ਤੋਂ ਮੂੰਹਾਂ ਤੱਕ ਆ ਜਾਂਦੀਆਂ ਨੇ and my Lord will fill you with those things which shall come from your feet to your mouth. ਅਤੇ ਮੇਰੇ ਯਿਸੂ ਦੀ ਨਜ਼ਰ ਉਹਨਾਂ ਮੱਟਾਂ ਤੇ ਪਈ My Jesus' sight went on those ਅੱਜ ਵੀ jars. ਬਹੁਤ ਸਾਰੇ ਆ ਇਹ ਮਿੱਟੀ ਦੇ ਭਾਂਡੇ ਜਿਹੜੇ ਇੱਥੇ ਬੈਠੇ ਹਨ And there are many the earthen pots over here sitting. ਅੱਜ ਮੇਰੇ ਯਿਸੂ ਦੀ ਨਜ਼ਰ ਉਹਨਾਂ ਉੱਤੇ ਪੈ ਰਹੀ ਹੈ My Jesus' sight is upon them. ਅਤੇ ਜਦੋਂ ਹੀ ਜੀਸਸ ਨੇ ਕਿਹਾ ਇਹਨਾਂ ਮੱਟਾਂ ਵਿੱਚ ਪਾਣੀ ਪਾ ਦਿਓ And the moment Jesus told, fill these jars with ਜਦੋਂ water, ਹੀ ਉਹਨਾਂ ਮੱਟਾਂ ਵਿੱਚ ਪਾਣੀ ਪਾਇਆ ਗਿਆ as the water was filled in this jar. ਮੇਰਾ ਇਹ ਵਿਸ਼ਵਾਸ ਹੈ ਮੇਰਾ ਇਹ ਮੰਨਣਾ ਹੈ This is what I hope and faith in. ਉਸੇ ਵੇਲੇ ਮੱਟ ਨੀਟ ਐਂਡ ਕਲੀਨ ਹੋ ਗਏ ਸਾਫ਼ ਹੋ ਗਏ That very moment those jars were neat and cleaned up. ਕਿਉਂਕਿ ਪਰਮੇਸ਼ਰ ਜਦੋਂ ਵੀ ਕੁਝ ਤੁਹਾਡੇ ਵਿੱਚ ਪਾਉਂਦਾ ਹੈ ਤੇ ਤੁਹਾਡੀ ਪਹਿਲਾਂ ਸਫਾਈ ਕਰਦਾ ਹੈ Whenever God puts inside of you, He first cleanses you. ਸਭ ਕੁਝ ਉਹਦੇ ਸ਼ਬਦਾਂ ਦੇ ਨਾਲ ਹੁੰਦਾ ਹੈ It all happens by His word. ਸ਼ਬਦਾਂ ਦੇ ਨਾਲ
by words. ਅਤੇ ਯਿਸੂ ਮਸੀਹ ਨੇ ਉਹਨੂੰ ਕਿਹਾ ਮੱਟ ਪਾਣੀ ਨਾਲ ਭਰ ਦਿਓ। Jesus told unto them, fill these jars with water. ਅਤੇ ਬੰਦੇ ਜ਼ਿਆਦੇ ਸੀ ਤੇ ਮੱਟ ਥੋੜੇ ਸੀ। Men were more and the jars were few. ਤੁਹਾਨੂੰ ਪਤਾ ਉਹਨਾਂ ਨੇ ਮੱਟ ਕਿੱਦਾਂ ਭਰੇ? Do you know how they filled up those jars? ਨੱਕੋ ਨੱਕ ਭਰ ਦਿੱਤੇ। They filled those jars to the brim. ਉੱਤੇ ਤੱਕ ਭਰ ਦਿੱਤੇ। To the brim they filled the jar. ਪਰਮੇਸ਼ਰ ਜਦੋਂ ਬਰਕਤ ਦਿੰਦੇ ਆ ਤੇ ਇਸ ਤਰ੍ਹਾਂ ਦਿੰਦੇ ਆ ਕਿ ਨੱਕੋ ਨੱਕ ਭਰੇ ਜਾਂਦੇ ਹੋ। When God blesses, then He blesses. They are filled to the brim. ਕੀ ਤੁਸੀਂ ਪਰਮੇਸ਼ਰ ਦੀ ਬਰਕਤ ਨੂੰ ਲੈਣਾ ਚਾਹੁੰਦੇ ਹੋ? Do you want to receive the ਕੀ blessing ਤੁਸੀਂ of ਦੇ God? ਚਮਤਕਾਰ ਨੂੰ ਲੈਣਾ ਚਾਹੁੰਦੇ ਹੋ? Do you want to take your ਕੀ miracle? ਤੁਸੀਂ ਚਾਹੁੰਦੇ ਹੋ ਕਿ ਯਿਸੂ ਦੀ ਨਜ਼ਰ ਤੁਹਾਡੇ ਉੱਤੇ ਆ ਜਾਏ? Do you want Jesus' sight to come upon you? ਯਿਸੂ ਦੀ ਨਜ਼ਰ ਤੁਹਾਡੇ ਉੱਤੇ ਤਦ ਆਏਗੀ ਜਦੋਂ ਤੁਸੀਂ ਮੁਸੀਬਤ ਵਿੱਚ ਹੋਵੋਗੇ। The eye of Jesus shall rest upon you when you are in a trouble. ਜਦੋਂ ਤੁਸੀਂ ਉਦਾਸ ਹੋਵੋਗੇ When you are sad. ਅਤੇ ਜਦ ਤੁਸੀਂ ਉਦਾਸ ਹੋਵੋਗੇ Oh, when you are saddened. ਤਾਂ ਯਿਸੂ ਮਸੀਹ ਹੁਕਮ ਦੇਣਗੇ Oh, Jesus shall command. ਅਤੇ ਤੁਸੀਂ ਨੱਕੋ ਨੱਕ ਭਰੇ ਜਾਓ। Oh, you shall be filled to the brim. ਅੱਜ ਮੇਰੀ ਪ੍ਰਾਰਥਨਾ ਹੈ I pray today. ਅੱਜ ਬਹੁਤ ਸਾਰੇ ਨੱਕੋ ਨੱਕ ਭਰ ਜਾਣਗੇ ਯਿਸੂ ਦੇ Many ਨਾਮ। will be filled to the brim today. ਹਾਲੇਲੂਇਆ। Hallelujah. ਕਿੰਨੇ ਜਣਿਆਂ ਨੂੰ ਵਿਸ਼ਵਾਸ ਹੈ ਕਿ ਉਹ ਨੱਕੋ ਨੱਕ ਭਰ ਜਾਣਗੇ? How many have the faith that they'll be filled to the brim? ਹਾਲੇਲੂਇਆ। Hallelujah. ਮੇਰਾ ਪੂਰਾ ਭਰੋਸਾ ਹੈ ਕੋਈ ਵੀ ਅੱਧਾ ਜਾ ਪੌਣਾ ਨਹੀਂ ਪਰ ਨੱਕੋ ਨੱਕ ਭਰ ਕੇ ਜਾਊਗਾ ਵਾਪਸ। None shall be quarter or half, it shall be to the brim. ਹਾਲੇਲੂਇਆ। Hallelujah. ਤੁਸੀਂ ਜਾਣਦੇ ਹੋ ਇਹ ਮੱਠ ਜਿਹੜੇ ਸਭ ਤੋਂ ਪਿੱਛੇ ਪੈ ਰਹਿੰਦੇ ਸਨ। Do you know these pots used to be kept behind far off? ਕੋਈ ਵੀ ਇਹਨਾਂ ਵੱਲ ਆਪਣੀ ਨਜ਼ਰ ਨਹੀਂ ਲਾਉਂਦਾ ਸੀ। None used to look towards those pots. ਪਰ ਯਿਸੂ ਮਸੀਹ ਨੇ ਨਾ ਮੱਠਾਂ ਤੇ ਆਪਣੀ ਨਜ਼ਰ ਲਾਈ। But Jesus Christ pondered over those ਜੇਕਰ pots. ਤੁਹਾਨੂੰ ਅੱਜ ਕੋਈ ਵੀ ਸਹਾਰਾ ਦੇਣ ਵਾਲਾ ਨਹੀਂਗਾ, If there is no one to support you, ਅੱਜ ਜੇਕਰ ਤੁਹਾਨੂੰ ਕੋਈ ਵੀ ਬੁਲਾਉਣ ਵਾਲਾ ਨਹੀਂਗਾ, there is no one to call you, ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ want to tell you, ਅੱਜ ਮੇਰਾ ਯਿਸੂ ਤੁਹਾਡੇ ਉੱਤੇ ਆਪਣੀ ਨਜ਼ਰ ਲਾ ਰਿਹਾ my ਹੈ। Jesus is fixing his eyes on you. ਆਪਣੇ ਆਪ ਨੂੰ ਨੀਵੇਂ ਨਾ ਸਮਝੋ, Do not feel yourself ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ, do not feel you to be weak. ਆਪਣੇ ਆਪ ਨੂੰ ਪਿੱਛੇ ਨਾ ਸਮਝੋ। Do not feel yourself to be behind. ਅਤੇ ਜਦੋਂ ਨੱਕੋ ਨੱਕ ਭਰ ਦਿੱਤੇ ਗਏ, Oh, when they were filled to the brim. ਕਿੱਦਾਂ ਭਰ ਦਿੱਤੇ ਗਏ? How? ਹੈਲੋ, ਜਦੋਂ ਕਹਿੰਦੇ ਮੈਂ ਤਾਂ ਜੀ ਇੱਥੇ ਤੱਕ ਰੱਜ ਗਿਆ। When you say I am full till this point, ਮੇਰਾ ਪਰਮੇਸ਼ਰ ਉਹ ਪਰਮੇਸ਼ਰ ਹੈ ਜਿਹੜਾ ਤੁਹਾਨੂੰ ਇੱਥੇ ਤੱਕ ਰਜਾਉਣ ਦੀ ਸ਼ਕਤੀ ਰੱਖਦਾ। my God is a God who can fill you to this point. ਹਾਲੇਲੂਇਆ। Hallelujah. ਦੇਖੋ ਅਗਲੇ ਹਿੱਸੇ ਵਿੱਚ ਕੀ ਹੋਇਆ। Let's see in the next part what it happens. ਤਾਂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ, Then Jesus told unto them, ਉਹ ਕਹਿੰਦੇ ਗੁਰੂ ਜੀ ਮੱਟ ਪਾਣੀ ਨਾਲ ਭਰ ਗਏ। Oh, true teacher, the pots are full of water. ਜੀਸਸ ਨੇ ਕਿਹਾ ਹੁਣ ਇਹਦੇ ਵਿੱਚੋਂ ਕੱਢ ਕੇ ਬਰਾਤੀਆਂ ਨੂੰ ਦੇ ਦਿਓ। Now Jesus says, draw some and give it to the guests. ਹੁਣ ਇਹਦੇ ਵਿੱਚੋਂ ਕੱਢ ਕੇ ਪ੍ਰਧਾਨ ਜਾਜਕਾਂ ਨੂੰ ਦੇ ਦਿਓ। And draw some from it and give it to the master of the wedding. ਇਹ ਸਭਾ ਦੇ ਜਿਹੜੇ ਇੰਚਾਰਜ ਆ ਉਹਨਾਂ ਨੂੰ ਦੇ ਦਿਓ। Give it to the one who is organizing this feast. ਸਾਰੇ ਚੇਲੇ ਤੇ ਟਹਿਲੂ ਹੋਏ ਏਦਾਂ ਲਾਈਨ ਬਣਾ ਕੇ ਖੜੇ ਸਨ। All the disciples and the stewards all in queue. ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। None of them questioned. ਵੀ ਗੁਰੂ ਜੀ ਪਹਿਲਾਂ ਮੱਟਾਂ ਤੇ ਹੱਥ ਤੇ ਰੱਖ ਦਿਓ। Oh, teacher, first of all, lay your hands on the pots. ਗੁਰੂ ਜੀ ਮੱਟਾਂ ਤੇ ਅਰਦਾਸ ਤਾਂ ਕਰ ਦਿਓ। Oh, teacher, pray upon the pots. ਪਰ ਅਸੀਂ ਤਾਂ ਪਾਣੀ ਪਾ ਕੇ ਆਏ ਆ। Oh, we have just filled those pots. ਹਜੇ ਉਹਨਾਂ ਵਿੱਚ ਪਾਣੀ ਆ। There is only still water. ਨਾ ਹੁਣ ਅਸੀਂ ਪਾਣੀ ਵੰਡਿਆਈਏ। Oh, now we should serve the water. ਗੁਰੂ ਜੀ ਲਾਗੇ ਆਓ ਮੱਟਾਂ ਤੇ ਹੱਥ ਰੱਖੋ। Oh, teacher, come nearby and lay your hands. ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਵਿਸ਼ਵਾਸ ਦੀ ਘਾਟ ਕਰਕੇ ਚੰਗੇ ਨਹੀਂ ਹੁੰਦੇ। And many who are, because they are slow in faith. ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਜਾਓ ਤੁਸੀਂ ਚੰਗੇ ਹੋ ਗਏ ਆ, When we say unto them, go, you are healed. ਉਹਨਾਂ ਦੇ ਅੰਦਰ ਇੱਕ ਇੱਛਾ ਹੁੰਦੀ ਆ। There is a desire inside. ਪਾਦਰੀ ਜੀ ਦੋਨੋਂ ਹੱਥ ਰੱਖੋ। Oh, pastor, both of your hands, just keep. ਜੇ ਦੋਨੋਂ ਨਹੀਂ ਰੱਖਣੇ ਘੱਟੋ ਘੱਟ ਇੱਕ ਤਾਂ ਜ਼ਰੂਰ ਰੱਖੋ। If not two, just keep one. ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ Want to tell you,
ਜਦੋਂ ਸ਼ਬਦ ਯਿਸੂ ਦੇ ਨਾਮ ਵਿੱਚ ਬੋਲਿਆ ਜਾਂਦਾ ਹੈ, when the word is spoken in the name of Jesus, ਉਸ ਸ਼ਬਦ ਵਿੱਚ ਕਿੰਨੀ ਸ਼ਕਤੀ ਹੈ। how very powerful that word is. ਹਜੇ ਮੈਨੂੰ ਵੀ ਨਹੀਂ ਪਤਾ ਉਸ ਪਾਣੀ ਦਾ ਕੀ ਬਣਿਆ, I do not know what happened to that water, ਕਿਉਂਕਿ ਮੇਰੇ ਗੁਰੂ ਜੀ ਨੇ ਕਿਹਾ ਹੁਣ ਇਹ ਚੋਂ ਕੱਢ ਕੇ ਵਰਤਾ ਦਿਓ। because my teacher told draw from some and give it and just sow it. ਹੁਣ ਵਰਤਾਵੇ ਜਿਹੜੇ ਆ ਉਹ ਕੰਬਦੇ ਆ, And now the stewards are trembling. ਬਈ ਪਾਣੀ ਵੰਡਿਆਈ ਹੈ। Oh, should we serve the water? ਬਰਾਤੀ ਅੱਗੇ ਬੜੇ ਅੱਕੇ ਆ ਉਧਰ, Oh, the guests are already fed up. ਹੁਣ ਨਾ ਜਾਂਦਿਆਂ ਨੂੰ ਲੰਮੇ ਪਾਏ ਹੁਣ। And we go and just make us to just bow down. ਬਈ ਪਹਿਲਾਂ ਤੁਸੀਂ ਕਿਦਾਂ ਦਾ ਪਲਾਇਆ ਤੇ ਹੁਣ ਕੀ ਪਲਾ ਰਹੇ ਹੋ? That earlier you made us to drink and now what you are serving? ਠਹਿਰ ਜਾਓ ਯਾਰਾ, ਤੁਹਾਨੂੰ ਬਣਾਉਣੇ ਬੰਦੇ ਦੇ ਪੁੱਤ। Wait, I just make you the son of man. ਰੌਲਾ ਪੈ ਜਾਵੇ। And let there be a shout. ਹੁਣ ਜਿਹੜੇ ਤਾਂ ਯਿਸੂ ਦੇ ਚੇਲੇ ਸੀ, And the disciples of Jesus who ਉਹਨਾਂ ਦੇ were, ਮਨਾਂ ਦੇ ਵਿਚਾਰ ਹੋਰ ਸੀ, the thoughts of the mind were totally ਪਰ different. ਜਿਹੜੇ ਟਹਿਲੂਏ ਸੀ But the stewards, ਉਹਨਾਂ ਦੇ ਮਨਾਂ ਦੇ ਵਿਚਾਰ ਤੇ ਇਹੀ ਸੀ ਵੀ ਛੱਡ ਕੇ ਭੱਜ ਜਾਈਏ। they have a thought in mind, we should run and leave. ਕਿਹੜਾ ਮੁੜ ਕੇ ਡਾਕਟਰਾਂ ਤੋਂ ਪੱਟੀਆਂ ਕਰਾਉਂਦਾ ਫਿਰੂ? Who will be able to now get bandaged? ਪਰ ਯਿਸੂ ਨੇ ਕਿਹਾ ਵੰਡਿਓ। Jesus said, serve. ਉਹ ਬੜੇ ਹੈਰਾਨ ਸੀ ਕਿ ਕੋਈ ਅਰਦਾਸ ਹੀ ਨਹੀਂ ਕੀਤੀ, They were amazed, no prayer done. ਅਤੇ ਉਹ ਗਏ They went ਹੌਸਲਾ ਜਾ ਕਰਕੇ, and with the hope, ਅਤੇ ਯਿਸੂ ਵੱਲ ਨਜ਼ਰਾਂ ਮਿਲਾ ਕੇ ਦੇਖ ਰਹੇ ਹੋਣਗੇ and they were looking towards Jesus and saying, ਤਾਂ ਮੇਰੇ ਗੁਰੂ ਨੇ ਇਸ਼ਾਰਾ ਕੀਤਾ ਹੋਵੇਗਾ, and he might have just said with his eyes, ਹਾਂ ਹਾਂ ਜਾਓ ਜਾਓ oh, go, ਵੰਡ ਦਿਓ। serve it. ਹੁਣ ਉਹ ਮੱਟਾਂ ਵੱਲ ਨੂੰ ਜਾ ਰਹੇ ਆ, Now they are going towards those pots, ਅਤੇ ਸਾਰੇ ਮੱਟਾਂ ਦੇ ਆਲੇ ਦੁਆਲੇ ਇਕੱਠੇ ਹੋਏ ਆ, and they are all assembled around the pots, ਅਤੇ ਕੋਈ ਵਿੱਚ ਉਂਗਲ ਲਾ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ, and someone is just putting his finger and just gnawing, ਇੱਕ ਦੂਜੇ ਨੂੰ ਸਾਈਨ ਤਾਂ ਕਰਦੇ ਹੋਣਗੇ, and they might be indicating something to each other. ਪਾਣੀ ਲੱਗਦਾ, ਹਜੇ ਪਾਣੀ ਲੱਗਦਾ, Oh, it looks like water, it looks like water. ਹਜੇ ਬਦਲਿਆ ਕੁਛ ਨਹੀਂ, ਧਿਆਨ ਨਾਲ ਜਾਓ। Nothing has yet transformed, go with caution. ਇੱਕ ਨੇ ਕਿਹਾ ਨਹੀਂ ਨਹੀਂ ਮੇਰੇ ਗੁਰੂ ਨੇ ਕਿਹਾ ਹੋ ਗਿਆ ਹੈ, Someone said, oh, my teacher has said it's done. ਮੈਨੂੰ ਏਦਾਂ ਲੱਗਦਾ ਉਹਦਾ ਰੰਗ ਵੀ ਨਹੀਂ ਬਦਲਿਆ ਸੀ, It seems to me the color did change. ਪਰ ਫਿਰ ਵੀ ਜੀਸਸ ਨੇ ਦੇਖਿਆ ਹੋਣਾ ਕੀ ਕਰਦੇ ਹੋ। Jesus might have seen what they are doing. ਹਾਂਜੀ ਹਾਂਜੀ ਜਾ ਰਹੇ ਹਾਂ ਜੀ। Oh, yes, we are going. ਤਾਂ ਫਿਰ ਉਹਨਾਂ ਨੇ ਸਲਾਹ ਕੀਤੀ ਹੋਣੀ ਵੀ ਤੂੰ ਤੇ ਤੂੰ ਜਾਓ, They might have decided you and you go. ਅਸੀਂ ਇੱਥੇ ਰਹਿੰਦੇ ਆ, Oh, we stay behind. ਆਪਣਾ ਭੱਜਣਾ ਸੌਖਾ ਹੋ ਜੂ। It will be easy to. ਤਾਂ ਫਿਰ ਉਹਨਾਂ ਨੇ ਦੋ ਜਣੇ ਨੇ ਪਾਇਆ ਜੱਗ ਵਿੱਚ, And then the two of them must have put it in the jug. ਤੇ ਜਿਹੜੇ ਸਭਾ ਦੇ ਇੰਚਾਰਜ ਉਹਨਾਂ ਕੋਲ ਲੈ ਗਏ, And the master of the feast, they might have taken it to him ਅਤੇ ਗਲਾਸ ਚ ਪਾਇਆ। and poured it in what glass. ਇੱਕ ਨੇ ਗਲਾਸ ਫੜਿਆ ਤੇ ਦੂਜੇ ਨੇ ਪਾਇਆ, And the one just filled the glass and the other was pouring in it. ਤੇ ਜਦੋਂ ਪਾਉਂਦੇ ਹੋਣੇ ਤੇ ਦੇਖਦੇ ਹੋਣੇ ਪਾਣੀ ਲੱਗਦਾ ਆ, And as they were pouring, they might be looking, it's just water. ਪਾਣੀ ਲੱਗਦਾ ਆ। It looks like water. ਫਿਰ ਵੀ ਤੂੰ ਪਾ ਦੇ, ਕੋਈ ਗੱਲ ਨਹੀਂ। Oh, still you pour. ਉਸਨੇ ਫਿਰ ਪਾ ਦਿੱਤਾ, And then he poured. ਤੇ ਉਸਨੇ ਜਾ ਕੇ ਫੜਾਇਆ। And then he just went. ਲਓ ਜੀ ਲਓ, ਮੁੱਕਿਆ ਨਹੀਂ, ਬਹੁਤ ਆ, ਮੱਟ ਭਰੇ ਪਏ ਆ। Oh, there is more. The jars are full. ਅੱਛਾ ਲਿਆਓ ਜੀ ਲਿਆਓ। Oh, come, bring it. ਜਦੋਂ ਪ੍ਰਧਾਨ ਨੇ ਪੀਤਾ, When the master of the feast drank. ਉਸਨੇ ਕਿਹਾ ਓਏ ਗੱਲ ਸੁਣੋ। Oh, listen. ਜਦੋਂ ਨੇ ਕਿਹਾ ਓਏ ਗੱਲ ਸੁਣੋ, ਭੱਜਣ ਨੂੰ ਤਿਆਰ ਹੋ ਗਏ। And he said, come and listen. They might be ready to run. ਉਸਨੇ ਕਿਹਾ ਦੇਖੋ ਜਿਹੜਾ ਪਹਿਲਾਂ ਪਲਾਇਆ ਸੀ, He said, the one you made me to drink earlier, ਉਹਦੇ ਨਾਲੋਂ ਜ਼ਿਆਦਾ ਸਵਾਦ ਆ। this is much tastier than that ਇਹ one. ਪਹਿਲਾਂ ਕਿੱਥੇ ਰੱਖਿਆ ਸੀ? Oh, where did you keep this? ਤਾਂ ਉਸਨੇ ਲਾੜੇ ਵਾਲਿਆਂ ਨੂੰ ਬੁਲਾਇਆ। Then he called the family of the bridegroom. ਉਹਨੇ ਕਿਹਾ ਗੱਲ ਸੁਣੋ, Oh, listen, he said, ਉਹ ਸਾਰੇ ਪਹਿਲਾਂ ਮਾੜੀ ਪਿਲਾਉਂਦੇ ਤੇ ਬਾਅਦ ਚ ਚੰਗੀ ਪਿਲਾਉਂਦੇ ਆ। all make you to drink the bad one first. ਨਹੀਂ ਨਹੀਂ ਏਦਾਂ ਨਹੀਂ, ਦੂਜੇ ਤਰ੍ਹਾਂ ਸੀਗਾ। Oh, it is the other way. No. ਕਹਿੰਦਾ ਪਹਿਲਾਂ ਚੰਗੀ ਪਿਲਾਉਂਦੇ ਆ, ਤੇ ਜਦੋਂ ਅੱਧੇ ਕ ਸ਼ਰਾਬੀ ਹੋ ਜਾਂਦੇ ਫਿਰ ਮਾੜੀ ਪਿਲਾਉਂਦੇ ਆ। And then they make you to drink good first, and then when all is drunk, then they. ਪਰ ਤੁਸੀਂ ਤਾਂ ਆ ਚੰਗੀ ਹੁਣ ਪਿਲਾਉਣੀ ਸ਼ੁਰੂ ਕੀਤੀ ਆ। Oh, you have made to drink the best now. ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਅੱਜ I want to tell you, ਕਿ
क्योंकि मेरे यीशु दे शब्दां विच शक्ति है। For the words of Jesus has the power. वो ਤੁਹਾਡੇ ਵਿਆਹਾਂ ਦੇ ਬੱਚਿਆਂ ਦੀਆਂ ਸ਼ਾਦੀਆਂ 'ਚ ਬਰਕਤ ਪਾਉਣ ਦੀ ਸ਼ਕਤੀ ਰੱਖਦਾ ਹੈ। He is powerful enough to bless the weddings of your sons and daughters. ਮੇਰੇ ਯੀਸ਼ੂ ਦੇ ਨਾਂ 'ਚ ਸ਼ਕਤੀ ਹੈ। The name of Jesus is the power. ਉਹ ਤੁਹਾਡੀਆਂ ਰਸੋਈਆਂ 'ਚ ਬਰਕਤ ਦੇਣ ਦੀ ਸ਼ਕਤੀ ਰੱਖਦਾ ਹੈ। He is powerful enough to bless your kitchens. ਉਹ ਤੁਹਾਡੀਆਂ ਜੇਬਾਂ 'ਚ ਬਰਕਤ ਦੇਣ ਦੀ ਸ਼ਕਤੀ ਰੱਖਦਾ He ਹੈ। is powerful enough to just bless your pockets. ਹਾਲੇਲੂਇਆ। Hallelujah. ਅੱਜ ਬਹੁਤ ਸਾਰੇ ਬੰਦਿਆਂ ਦੇ ਤਰਕ ਹੈ। There is more much discussion around ਕਹਿੰਦੇ ਜਦੋਂ ਸਾਡਾ ਗੁਰੂ ਪਿਲਾ ਸਕਦਾ ਤੇ ਅਸੀਂ ਕਿਉਂ ਨਹੀਂ ਪੀ ਸਕਦੇ। that if a teacher can make us to drink, why can't we? ਮੈਂ ਵੀ ਉਹਨਾਂ ਨੂੰ ਇਹ ਸਲਾਹ ਦਿੰਦਾ ਅੱਜ And I am also. ਤੁਸੀਂ ਵੀ ਆਪਣਾ ਮੱਟ ਪਾਣੀ ਦਾ ਭਰ ਲਓ You too fill up your jar with ਤੇ water ਪ੍ਰਾਰਥਨਾ ਕਰ ਲਓ। and pray. ਆਪ ਵੀ ਪੀਓ ਤੇ ਬੱਚਿਆਂ ਨੂੰ ਵੀ ਪਿਲਾਓ। Drink and make the children to drink too. ਕਿਉਂਕਿ ਬਾਈਬਲ ਕੀ ਦੱਸਦਾ ਹੈ? What does the Bible says? ਪਰਮੇਸ਼ਰ ਸ਼ਕਤੀ ਹੈ। God is power. ਯਿਸੂ ਸ਼ਕਤੀ ਹੈ। Jesus is power. ਕਿੰਨੇ ਜਣਿਆਂ ਨੂੰ ਵਿਆਹ ਚੰਗਾ ਲੱਗ ਰਿਹਾ ਹੈ ਅੱਜ? How many of you feel this wedding is so very good? ਹਾਲੇਲੂਇਆ। Hallelujah. ਅੱਜ ਤੋਂ 2000 ਸਾਲ ਪੁਰਾਣਾ ਵਿਆਹ ਤੁਹਾਨੂੰ ਦਿਖਾਤਾ ਅੱਜ ਇਸ ਖੋਜੇਵਾਲ ਵਿੱਚ। We have made to you to see the wedding feast of 2000 years before. ਕਦੇ ਤੁਸੀਂ 2000 ਸਾਲ ਪੁਰਾਣਾ ਵਿਆਹ ਨਹੀਂ ਦੇਖਿਆ ਹੋਣਾ। You might have not seen a wedding of 2000 years before. ਦੇਖੋ ਵਿਆਹ ਦੀਆਂ ਰੀਤਾਂ ਕੀ ਨੇ। See the rituals of the weddings. ਹਰ ਵਿਅਕਤੀ ਪੈਰ ਸਾਫ਼ ਕਰਕੇ ਅੰਦਰ ਆਉਂਦਾ ਹੈ। Every person is washing his feet and coming inside. ਜਿਹੜੇ ਭਾਂਡੇ ਪੈਰਾਂ ਦੇ ਲਈ ਵਰਤੇ ਜਾਂਦੇ ਨੇ The pots used for feet. ਅੱਜ ਉਹ ਭਾਂਡੇ ਸਵਾਦ ਵਾਸਤੇ ਵਰਤੇ ਜਾ ਰਹੇ ਆ। Those pots are used today for taste. ਪਰਮੇਸ਼ਰ ਕਦੋਂ ਤੁਹਾਡੇ ਵਿੱਚੋਂ ਮਾੜੀਆਂ ਚੀਜ਼ਾਂ ਨੂੰ ਕੱਢ ਕੇ ਚੰਗੀਆਂ ਭਰ ਦੇਵੇ ਟਾਈਮ ਦਾ ਕੋਈ ਪਤਾ ਨਹੀਂ। You never know the time when God brings out of you the bad things. ਆਪਣੇ ਸਮੇਂ ਦੇ ਇੰਤਜ਼ਾਰ ਵਿੱਚ ਠਹਿਰੇ ਰਹਿਣਾ ਹੈ। Be in the time of yours. ਪਰਮੇਸ਼ਰ ਤੁਹਾਡੇ ਵਿੱਚੋਂ ਪਾਣੀ ਨੂੰ ਕੱਢ ਕੇ ਉਸ ਮਹਿੰਗੇ ਜੂਸ ਨੂੰ ਪਾ ਸਕਦਾ ਹੈ। God can draw inside of you water and bring it out and just put juice in here. ਅਤੇ ਜਦੋਂ ਸਾਰੇ ਵਰਾਤੀ ਉਹਦੇ ਨਾਲ ਨਿਹਾਲ ਹੋ ਗਏ When all the guests were filled with all things. ਕਿਸੇ ਨੇ ਆ ਕੇ ਪੁੱਛਿਆ ਹੋਣਾ ਇਹ ਕਿੱਥੋਂ ਖਰੀਦਿਆ ਹੈ? Someone might have questioned, where did you buy this wine ਇਹ from? ਕਿਹੜੇ ਬ੍ਰਾਂਡ ਦਾ ਹੈ? Oh, what brand this belongs? Yeah. ਤੁਸੀਂ ਕਿਹੜੇ ਬ੍ਰਾਂਡ ਦਾ ਪੀਂਦੇ ਰਹੇ ਦੱਸੋ ਜਰਾ। Sorry. ਇਹ ਵੀ ਬੰਦਾ ਪੀਂਦਾ ਰਿਹਾ ਹੈ। Yes. ਫਿਕਰ ਨਾ ਕਰੋ। Yes. ਪਰ ਹੁਣ ਨਹੀਂ ਪੀਂਦਾ ਤਾਂ ਪ੍ਰਚਾਰ ਕਰਦਾ ਹੈ। Hallelujah. ਹੁਣ ਨਾ ਰਾਤ ਨੂੰ ਤੁਸੀਂ ਪੈਗ ਲਾਇਆ ਹੋਵੇ ਹੋਈਏ ਸੂਈ ਸ਼ਕਤੀ ਹੈ ਤੁਹਾਨੂੰ ਨਹੀਂ ਪਤਾ। Jesus is power, you do not know. ਹਾਲੇਲੂਇਆ। Hallelujah. ਹੁਣ ਇਹਨੇ ਉਹ ਪੀਤੀ ਆ ਜਿਹੜੀ ਕਦੇ ਉਤਰਦੀ ਨਹੀਂ। He has drunk the one that cannot be off from. ਹਾਲੇਲੂਇਆ। Hallelujah. ਹਾਲੇਲੂਇਆ। Hallelujah. ਕਈ ਸਾਲ ਪਹਿਲਾਂ ਦੀ ਗੱਲ ਹੈ It's so many years back, the days. ਜਦੋਂ ਛੋਟੀ ਚਰਚ ਵਿੱਚ ਅਸੀਂ ਪ੍ਰਾਰਥਨਾ ਕਰਦੇ ਹੁੰਦੇ ਸੀ। In a small church we used to pray. ਇੱਕ ਦਿਨ ਮੈਂ ਦਫ਼ਤਰ ਦੇ ਵਿੱਚ ਬੈਠਾ ਸਾਂ And I was in the office ਅਤੇ ਸ਼ੀਸ਼ੇ ਵਿੱਚ ਬਾਹਰ ਦੇਖ ਰਿਹਾ ਸਾਂ। and I was looking out from the glass. ਇਹ ਆਦਮੀ ਜਿਹੜਾ ਅੱਜ ਮੇਰੇ ਨਾਲ ਟਰਾਂਸਲੇਟ ਕਰ ਰਿਹਾ ਉੱਥੋਂ ਦੀ ਲੰਘਿਆ। This man who is translating, I passed by. ਮੈਨੂੰ ਪਵਿੱਤਰ ਆਤਮਾ ਨੇ ਕਿਹਾ ਇਸ ਬੰਦੇ ਨੂੰ ਬੁਲਾ ਲੈ। Holy Spirit told unto me, call this man. ਇਹ ਬੰਦੇ ਨੂੰ ਮੇਰੀ ਚੋਣ ਹੈ। This is my chosen one. ਮੈਂ ਇਸ ਬੰਦੇ ਨੂੰ ਬੁਲਾਇਆ ਵੀ ਇੱਧਰ ਆਓ ਇੱਧਰ ਆਓ। And I called this man, oh come over here. ਤਾਂ ਅਗਸਤਨ ਜੀ ਅੰਦਰ ਆਏ। And then Augustine came inside. ਇਹਨਾਂ ਨੇ ਸੈਂਡਲ ਪਾਏ ਸੀ, And he had his sandals on. ਨਿੱਕਰ ਪਾਈ ਸੀ, And his Bermudas on. ਟੀ-ਸ਼ਰਟ ਪਾਈ ਸੀ, With a t-shirt on. ਬੜਾ ਸਮਾਰਟ ਜੰਗ ਸੀ। And very smart and young. ਉਸ ਦਿਨ ਯਿਸੂ ਦੀ ਨਜ਼ਰ ਇਸ ਬੰਦੇ ਤੇ ਪੈ ਗਈ। That day the sight of Jesus was upon this man. ਏਦਾਂ ਯਿਸੂ ਦੀ ਨਜ਼ਰ ਪੈਂਦੀ ਆਪਣੇ ਲੋਕਾਂ ਦੇ ਰਾਹੀਂ ਸਾਡੇ ਉੱਤੇ। This is how Jesus looks to his people. ਅਤੇ ਕਰੀਬ 11 ਸਾਲ ਹੋ ਗਏ ਹਨ। And 11 years have passed by. ਅਤੇ ਇਹ ਬੰਦਾ ਯਿਸੂ ਦੀ ਨਜ਼ਰ ਦੂਜਿਆਂ ਦੇ ਉੱਤੇ ਲਾ ਰਿਹਾ ਹੈ ਅੱਜ। And this man is putting the sight of Jesus to others. ਅਤੇ ਇਸ ਦੀ ਜ਼ਿੰਦਗੀ ਬਦਲ ਚੁੱਕੀ ਹੈ। The life has changed. ਇਹ ਪਰਮੇਸ਼ਰ ਦੀ ਯੋਜਨਾ ਹੈ। This is the plan of God. ਹਾਲੇਲੂਇਆ। Hallelujah. ਜਿਹੜਾ ਵੀ ਤੁਹਾਡੇ ਲਾਗੇ ਉਸ ਨੂੰ ਕਹਿ ਦੋ ਅੱਜ ਚਮਤਕਾਰ ਤੇਰੀ ਜ਼ਿੰਦਗੀ ਨੂੰ ਲੱਭ ਰਿਹਾ ਹੈ। The nearby you, the miracle is finding you. Hallelujah. Hallelujah. Praise the Lord. Praise the Lord. ਕਿੰਨੇ ਜਾਣਿਆਂ ਨੂੰ ਆਨੰਦ ਆ ਰਿਹਾ ਹੈ? How many are joyful? ਵਾਓ praise the Lord. Praise the Lord. ਇੱਕ ਆਇਤ ਨੋਟ ਕਰੋ
ਬਹੁਤ ਜ਼ਰੂਰੀ ਹੈ ਤੁਹਾਡੇ ਲਈ ਇਸ ਵਚਨ ਦੇ ਨਾਲ। ਦੂਸਰਾ ਕਰੰਥੀਆਂ 4:17 2 Corinthians 4 verse 17. It's very important verse. You should note it down in your diaries. ਕਿਉਂਕਿ ਜਿੱਥੇ ਅਸੀਂ ਅੱਜ ਚੰਗੀਆਂ ਚੀਜ਼ਾਂ ਨੂੰ ਸਿੱਖ ਰਹੇ ਹਾਂ, Where we are learning good things. ਉਹਨਾਂ ਨੂੰ ਆਪਣੇ ਜੀਵਨ ਵਿੱਚ ਆਤਮਿਕ ਤੌਰ ਤੇ ਲੈਣਾ ਬਹੁਤ ਜ਼ਰੂਰੀ ਹੈ। And it is of utmost importance to take it into your spirits. ਦੂਸਰਾ ਕਰੰਥੀਆਂ 4 ਉਹਦੀ 7 ਕੋਈ ਵੀ ਪੰਜਾਬੀ ਚ ਪੜ੍ਹ ਦੋ ਸਾਡੇ ਲਈ। 2 Corinthians from chapter 4 verse 7. ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ। ਹਾਂ, ਇਹ ਖਜ਼ਾਨਾ ਕਿੱਥੇ ਆ? Where is this treasure? हम मिट्टी के बर्तन तू कुम्हार हमारा है। गाइए, हम मिट्टी के बर्तन तू कुम्हार हमारा है, तू कुम्हार हमारा है, तू कुम्हार हमारा है। सानू बनाने वाला कौन है? Who is the maker? साडा परमेश्वर। Our God. ਅਸੀਂ ਕਿਸ ਚੀਜ਼ ਦੇ ਬਣਾਏ ਗਏ ਆ? What are we made of? ਅਸੀਂ ਮਿੱਟੀ ਦੇ ਬਣਾਏ ਗਏ ਆ। We are made of the earth. ਪਰ ਇਹ ਮਿੱਟੀ ਇੱਕ ਖਾਸ ਕਿਸਮ ਦੀ ਮਿੱਟੀ ਬਣ ਗਈ ਹੈ, This earth has become a kind of the earth. ਕਿਉਂਕਿ ਇਸ ਨੂੰ ਹੱਥ ਕਿਸ ਦੇ ਲੱਗ ਗਏ ਹਨ? Whose hands have touched this earth? ਕੁਦਰਤ ਨੂੰ ਬਣਾਉਣ ਵਾਲੇ ਪਰਮੇਸ਼ਵਰ ਦੇ ਹੱਥ ਇਸ ਨੂੰ ਲੱਗ ਗਏ ਹਨ। The God, the creator of the nature, has touched this ਇਸੇ earth. ਕਰਕੇ ਬਾਈਬਲ ਦੇ ਵਿੱਚ ਲਿਖਦਾ ਹੈ, That's why he writes it in the ਇਹ Bible. ਖਜ਼ਾਨਾ ਸਾਡੇ ਕੋਲ Oh, this treasure in us ਮਿੱਟੀ ਦੇ ਭਾਂਡਿਆਂ ਵਿੱਚ ਹੈ। is in earthen vessels. ਪਰਮੇਸ਼ਵਰ ਦੀ ਸ਼ਕਤੀ ਜਿਹੜੀ ਹੈ ਉਹ ਰੁੱਖਾਂ ਦੇ ਵਿੱਚ ਨਹੀਂ ਆ। The power of God is not in the trees. ਪਰਮੇਸ਼ਵਰ ਦੀ ਸ਼ਕਤੀ ਸ਼ੇਰਾਂ ਵਿੱਚ ਨਹੀਂ ਗੀ। The power of God is not in the lion. ਪਰਮੇਸ਼ਵਰ ਦੀ ਸ਼ਕਤੀ ਹਾਥੀਆਂ ਵਿੱਚ ਨਹੀਂ ਗੀ। Not even in the elephant. ਪਰ ਪਰਮੇਸ਼ਵਰ ਦੀ ਸ਼ਕਤੀ ਇਨਸਾਨਾਂ ਦੇ ਵਿੱਚ ਹੈ। The power of God is in the humans. ਕਹਿੰਦਾ ਮਿੱਟੀ ਦੇ ਭਾਂਡਿਆਂ ਵਿੱਚ ਉਹਦੀ ਸਮਰਥ ਹੈ, He says the power of God is in the ਕਿਉਂਕਿ ਉਹ ਅੱਤ earth. ਹੈ, For he is. ਉਹ ਵੱਡਾ ਹੈ, He is so very great. ਅੱਤ ਵੱਡਾ, He is so very majestic. ਮਤਲਬ ਉਹਦੇ ਬਰਾਬਰ ਦਾ ਕੋਈ ਨਹੀਂ ਆ। There is none besides ਅਤੇ him. ਉਹ ਮਹੱਤਮ ਪਰਮੇਸ਼ਵਰ ਦੀ ਵੱਲੋਂ ਹੈ, And he is all glorious from. ਕਿਉਂਕਿ ਉਹ ਪਰਮੇਸ਼ਵਰ For ਹੈ, he is God. ਉਹ ਸਾਡੀ ਵੱਲੋਂ ਨਹੀਂਗਾ। It's not from us. ਇਸ ਕਰਕੇ ਪਰਮੇਸ਼ਵਰ ਅੱਜ ਤੁਹਾਨੂੰ ਜਿਹੜੇ ਮਿੱਟੀ ਦੇ ਭਾਂਡੇ ਹੋ ਆਪਣੇ ਖਜ਼ਾਨਿਆਂ ਦੇ ਨਾਲ ਭਰਨਾ ਚਾਹੁੰਦਾ ਹੈ। So God, who wants to fill you with his treasures in these earthly vessels. ਇਸ ਕਰਕੇ ਮੇਰੇ ਯਿਸੂ ਮਸੀਹ ਨੇ ਇਸ ਤਰ੍ਹਾਂ ਕਿਹਾ ਹੈ। My Lord Jesus said this next. ਅਤੇ ਦੂਸਰਾ ਯਹੋਨਾ 3 ਚੈਪਟਰ ਅਤੇ ਉਸ ਦੀ 5 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। 2 John 3 verse 5. ਯੀਸ਼ੂ ਨੇ ਉੱਤਰ ਦਿੱਤਾ, Jesus answered, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ, I tell you truly, ਜੇ ਕੋਈ ਮਨੁੱਖ ਜਲ ਔਰ ਆਤਮਾ ਤੋਂ ਨਾ ਜੰਮੇ। if any man is not born of the water and of the spirit. ਦੇਖੋ ਇੱਧਰ ਧਿਆਨ ਕਰੋ 2 ਮਿੰਟ ਵਾਸਤੇ। Just pay attention. ਉਸ ਮੱਟ ਵਿੱਚ ਕੀ ਹੈ? What is there in the pot? ਉਸ ਮੱਟ ਵਿੱਚ ਕੀ ਸੀਗਾ? What was there in the pot? ਜਲ ਸੀਗਾ, There was water. ਪਰ ਉਸ ਮੱਟ ਵਿੱਚ ਕੀ ਬਣ ਗਿਆ? What it became. ਅੱਜ ਤੁਹਾਡੇ ਅੰਦਰ ਕੀ ਹੈ? What is inside of you? ਬੁਰੀਆਂ ਆਦਤਾਂ ਨੇ, Bad thoughts. ਕ੍ਰੋਧ ਨੇ, Oh, there is ਲਾਲਚ, ਹੰਕਾਰ, greed, ਨਫ਼ਰਤ, pride, ਨਸ਼ੇਬਾਜ਼ੀਆਂ, ego. ਗੁੰਡਾਗਰਦੀਆਂ, Oh, all the guile. ਅੱਜ ਸਭ ਕੁਝ ਤੁਹਾਡੇ ਵਿੱਚ ਹੋ ਸਕਦਾ ਹੈ, It could be all in ਪਰ you. ਯਿਸੂ ਮਸੀਹ ਦੀ ਨਜ਼ਰ ਪੈਂਦੇ ਹੀ ਸਭ ਕੁਝ ਬਾਹਰ ਨਿਕਲ ਜਾਏਗਾ, As the sight of Jesus puts on you, ਸਭ ਕੁਝ ਬਦਲ ਜਾਏਗਾ, everything transforms. ਤੁਸੀਂ ਇੱਕ ਵਧੀਆ ਇਨਸਾਨ ਬਣ ਜਾਓਗੇ। You will become a good man. ਪਵਿੱਤਰ ਆਤਮਾ ਤੁਹਾਡੇ ਨਾਲ ਰਹੇਗਾ, The Holy Spirit will stay with you. ਸਵਰਗਦੂਤ ਤੁਹਾਡੇ ਨਾਲ The ਰਹਿਣਗੇ, angels of the Lord will be with you. ਆਉਣ ਵਾਲੀਆਂ ਚੀਜ਼ਾਂ ਦੇ ਭੇਤ ਤੁਹਾਡੇ ਤੇ ਪ੍ਰਗਟ ਕਰੇਗਾ। He shall reveal you the things to come. ਤੁਹਾਡੇ ਘਰ ਵਿੱਚ ਖੁਸ਼ੀਆਂ ਖੁਸ਼ੀਆਂ ਹੋਣਗੀਆਂ, Happiness and gladness will be your home. ਤੁਸੀਂ ਹਰ ਜਗ੍ਹਾ ਤੇ ਜਿੱਤ ਪ੍ਰਾਪਤ ਕਰੋਗੇ You shall be victorious in all your ways. ਅਤੇ ਤੁਸੀਂ ਕਦੇ ਉਦਾਸ ਨਹੀਂ ਹੋਵੋਗੇ, You will never be saddened. ਅਤੇ ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰੋਗੇ ਉਹ ਭੱਜ ਜਾਣਗੇ, One whom you resist shall run. ਕਿਉਂਕਿ ਯਿਸੂ ਦੀ ਨਜ਼ਰ ਤੁਹਾਡੇ ਉੱਤੇ ਹੋਵੇਗੀ। But the eye of Jesus shall be upon you. ਕਿੰਨੇ ਜਣੇ ਵਿਸ਼ਵਾਸ ਕਰਦੇ ਆ ਕਿ ਪ੍ਰਭੂ ਦੀ ਨਜ਼ਰ ਅੱਜ ਸਾਡੇ ਉੱਤੇ? How many of you believe the eye of God is Jesus? ਮੇਰਾ ਪੂਰਾ ਭਰੋਸਾ ਹੈ। This is my full faith. ਜਲ ਅਤੇ ਆਤਮਾ ਤੋਂ ਜੰਮਣ ਦਾ ਮਤਲਬ ਬਪਤਿਸਮਾ ਲੈਣਾ ਵੀ ਹੈ। To be born again of water and spirit is baptism. ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ, ਜਲ ਅਤੇ ਆਤਮਾ ਤੋਂ ਜਨਮ ਪਾਉਂਦੇ ਹੋ। When you are baptized, you are born of water and spirit. ਜਲ ਅਤੇ ਆਤਮਾ ਦੋਨਾਂ ਵਿੱਚ ਕੀ ਫਰਕ ਹੈ? What is difference between water and spirit? ਸਾਨੂੰ ਇਹ ਸਿੱਖਣਾ ਪਵੇਗਾ। We need to learn. ਮੇਰਾ ਅੱਜ ਪੂਰਾ ਭਰੋਸਾ ਹੈ, My full hope ਜੇ today, ਤੁਸੀਂ ਇਸ ਸ਼ਬਦ ਉੱਤੇ ਯਕੀਨ ਰੱਖਦੇ ਹੋ if you have faith on this word, ਤੇ ਕੋਈ ਵੀ ਬਿਨਾਂ ਬਰਕਤ ਤੋਂ ਵਾਪਸ ਜਾਣ ਵਾਲਾ ਨਹੀਂਗਾ। none shall return without blessing. ਹਾਲੇਲੂਇਆ। Hallelujah. ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ
ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।